ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਤੁਮਰੀ ਮਹਿਮਾ ਵਰਨ ਨਾ ਸਾਕੋ। ਤੂੰ ਠਾਕਰੀ ਉੱਚ ਭਗਵਾਨਾ। ਉੱਚ ਅਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ। ਗਾਵਤੇ ਉਦਰੇ ਗਾਵਤੇ ਉਦਰੇ ਗਾਵਤੇ ਉਦਰੇ, ਸੁਨਤੇ ਉਦਰੇ ਬਿਨ ਸੇ ਪਾਪ ਕਨੇਰੇ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਬਾਣੀ ਬਿਰਲਾ ਵਿਚਾਰਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ, ਨਿਜ ਕਰ ਵਾਸਾ ਹੋਏ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਗੁਰਬਾਣੀ ਗਾਵੋ ਗੁਰਬਾਣੀ, ਗੁਰਬਾਣੀ ਗੁਰਬਾਣੀ ਗਾਵੋ ਗੁਰਬਾਣੀ। ਗੁਰਬਾਣੀ ਗੁਰਬਾਣੀ ਗਾਵੋ ਗੁਰਬਾਣੀ, ਗੁਰਬਾਣੀ ਗੁਰਬਾਣੀ ਗਾਵੋ ਗੁਰਬਾਣੀ। ਹਾਂ ਗੁਰਬਾਣੀ ਗੁਰਬਾਣੀ ਗਾਵੋ ਗੁਰਬਾਣੀ, ਗੁਰਬਾਣੀ ਗੁਰਬਾਣੀ ਗਾਵੋ ਗੁਰਬਾਣੀ। ਗੁਰਬਾਣੀ ਗੁਰਬਾਣੀ ਗਾਵੋ ਗੁਰਬਾਣੀ, ਗੁਰਬਾਣੀ ਗੁਰਬਾਣੀ ਗਾਵੋ ਗੁਰਬਾਣੀ। ਗੁਰਬਾਣੀ ਗੁਰਬਾਣੀ ਗਾਵੋ ਗੁਰਬਾਣੀ, ਗੁਰਬਾਣੀ ਗੁਰਬਾਣੀ ਗਾਵੋ ਗੁਰਬਾਣੀ। ਗੁਰਬਾਣੀ ਗੁਰਬਾਣੀ ਗਾਵੋ ਗੁਰਬਾਣੀ, ਗੁਰਬਾਣੀ ਗਾਵੋ। 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 ਹਾਂ ਗੁਰਬਾਣੀ ਗੁਰਬਾਣੀ ਗਾਵੋ ਗੁਰਬਾਣੀ, ਗੁਰਬਾਣੀ ਗੁਰਬਾਣੀ ਗਾਵੋ ਗੁਰਬਾਣੀ। ਗੁਰਬਾਣੀ ਗੁਰਬਾਣੀ ਗਾਵੋ ਗੁਰਬਾਣੀ, ਗੁਰਬਾਣੀ ਗੁਰਬਾਣੀ ਗਾਵੋ ਗੁਰਬਾਣੀ। ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀ ਆਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੇ, ਹਿਰਦੈ ਤਿਨਾ ਸਮਾਣੀ।
ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਿੰਗ ਪਾਣੀ। ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਜਿਸ ਸਿਮਰਤ ਦੁਖ ਸਭ ਜਾਏ, ਨਾਮ ਰਤਨ ਵਸੈ ਮਨ ਆਏ, ਨਾਮ ਰਤਨ ਵਸੈ ਮਨ ਆਏ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਗੋਬਿੰਦ ਕੀ ਬਾਣੀ, ਗੋਬਿੰਦ ਕੀ ਬਾਣੀ। ਸਾਧੂ ਜਨ ਰਾਮ ਰਸਨ ਬਖਾਣੀ, ਜਪ ਮਨ ਮੇਰੇ ਜੀ ਗੋਬਿੰਦ ਕੀ ਬਾਣੀ, ਗੋਬਿੰਦ ਕੀ ਬਾਣੀ। ਜਪ ਮਨ ਮੇਰੇ ਜੀ ਗੋਬਿੰਦ ਕੀ ਬਾਣੀ, ਗੋਬਿੰਦ ਕੀ ਬਾਣੀ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਗੋਬਿੰਦ ਕੀ ਬਾਣੀ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਗੋਬਿੰਦ ਕੀ ਬਾਣੀ। ਜਪ ਮਨ ਮੇਰੇ ਜੀ ਗੋਬਿੰਦ ਕੀ ਬਾਣੀ, ਗੋਬਿੰਦ ਕੀ ਬਾਣੀ। ਜਪ ਮਨ ਮੇਰੇ ਜੀ ਗੋਬਿੰਦ ਕੀ ਬਾਣੀ, ਗੋਬਿੰਦ ਕੀ ਬਾਣੀ। ਜਪ ਮਨ ਮੇਰੇ ਜੀ ਗੋਬਿੰਦ ਕੀ ਬਾਣੀ, ਗੋਬਿੰਦ ਕੀ ਬਾਣੀ। ਹਾਂ ਜਪ ਮਨ ਮੇਰੇ ਜੀ ਗੋਬਿੰਦ ਕੀ ਬਾਣੀ, ਗੋਬਿੰਦ ਕੀ ਬਾਣੀ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਗੋਬਿੰਦ ਕੀ ਬਾਣੀ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਗੋਬਿੰਦ ਕੀ ਬਾਣੀ। ਜਪ ਮਨ ਮੇਰੇ ਜੀ ਗੋਬਿੰਦ ਕੀ ਬਾਣੀ, ਗੋਬਿੰਦ ਕੀ ਬਾਣੀ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਗੋਬਿੰਦ ਕੀ ਬਾਣੀ। ਗੋਬਿੰਦ ਕੀ ਬਾਣੀ, ਗੋਬਿੰਦ ਕੀ ਬਾਣੀ, ਗੋਬਿੰਦ ਕੀ ਬਾਣੀ, ਗੋਬਿੰਦ ਕੀ ਬਾਣੀ। ਗੋਬਿੰਦ ਕੀ ਬਾਣੀ, ਗੋਬਿੰਦ ਕੀ ਬਾਣੀ, ਗੋਬਿੰਦ ਕੀ ਬਾਣੀ। ਗੋਬਿੰਦ ਕੀ ਬਾਣੀ, ਗੋਬਿੰਦ ਕੀ ਬਾਣੀ, ਗੋਬਿੰਦ ਕੀ ਬਾਣੀ, ਗੋਬਿੰਦ ਕੀ ਬਾਣੀ। ਗੋਬਿੰਦ ਕੀ ਬਾਣੀ, ਗੋਬਿੰਦ ਕੀ ਬਾਣੀ, ਗੋਬਿੰਦ ਕੀ ਬਾਣੀ, ਗੋਬਿੰਦ ਕੀ ਬਾਣੀ। ਗੋਬਿੰਦ ਕੀ ਬਾਣੀ, ਗੋਬਿੰਦ ਕੀ ਬਾਣੀ, ਗੋਬਿੰਦ ਕੀ ਬਾਣੀ, ਗੋਬਿੰਦ ਕੀ ਬਾਣੀ। ਗੋਬਿੰਦ ਕੀ ਬਾਣੀ, ਗੋਬਿੰਦ ਕੀ ਬਾਣੀ, ਗੋਬਿੰਦ ਕੀ ਬਾਣੀ, ਗੋਬਿੰਦ ਕੀ ਬਾਣੀ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਜਪ ਮਨ ਮੇਰੇ ਗੋਬਿੰਦ ਕੀ ਬਾਣੀ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਜਪ ਮਨ ਮੇਰੇ ਗੋਬਿੰਦ ਕੀ ਬਾਣੀ। ਜਪ ਮਨ ਮੇਰੇ ਕੀ ਬਾਣੀ, ਜਪ ਮਨ ਮੇਰੇ ਗੋਬਿੰਦ ਕੀ ਬਾਣੀ। ਹਾਂ ਜਪ ਮਨ ਮੇਰੇ ਦੀ ਗੋਬਿੰਦ ਕੀ ਬਾਣੀ, ਗੋਬਿੰਦ ਕੀ ਬਾਣੀ। ਹਾਂ ਜਪ ਮਨ ਮੇਰੇ ਦੀ ਗੋਬਿੰਦ ਕੀ ਬਾਣੀ, ਗੋਬਿੰਦ ਕੀ ਬਾਣੀ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਗੋਬਿੰਦ ਕੀ ਬਾਣੀ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਗੋਬਿੰਦ ਕੀ ਬਾਣੀ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਗੋਬਿੰਦ ਕੀ ਬਾਣੀ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਗੋਬਿੰਦ ਕੀ ਬਾਣੀ। ਹਾਂ ਬਾਣੀ ਗੁਰੂ, ਗੁਰੂ ਹੈ ਬਾਣੀ ਵਿਦ ਬਾਣੀ ਅੰਮ੍ਰਿਤ ਹਾਰੇ। ਗੁਰਬਾਣੀ ਕਾ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਤ ਸਾਰੇ। ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ। ਜੁਗ ਜੁਗ ਅਟਲ ਚਵਰ ਛਤਰ ਤਖਤਾਂ ਦੇ ਮਾਲਕ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੇ ਓਟ, ਨਿਆਸਰਿਆਂ ਦੇ ਆਸਰੇ।
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵਾਲੀ ਦੋ ਜਹਾਨ। ਨਦਰੀ ਰਹਿਮਤ ਹੋਈ ਹੈ ਭਾਗਾਂ ਭਰਿਆ ਨਗਰ ਉਮੈਦਪੁਰ। ਪਿਆਰ ਵਾਲੀਆਂ ਸਾਰੀਆਂ ਹੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਗੁਰੂ ਘਰ ਵਿਖੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਹੜਾ ਸਮਾਗਮ ਰੱਖਿਆ ਗਿਆ ਹੈ। ਕਿੰਨੇ ਰੋਜ਼ਾਂ ਤੋਂ ਸਾਰੀਆਂ ਸਿੱਖ ਸੰਗਤਾਂ ਪ੍ਰਬੰਧਕ ਜਨ ਮਹਾਰਾਜ ਦੇ ਚਰਨਾਂ ਵਿੱਚ ਸੇਵਾ ਕਰ ਰਹੇ ਨੇ। ਕਿੰਨੇ ਰੋਜ਼ਾਂ ਤੋਂ ਸ਼੍ਰੀ ਸਹਿਜ ਪਾਠ ਅੰਮ੍ਰਿਤ ਗੁਰਬਾਣੀ ਦੇ ਜਿਹੜੇ ਪ੍ਰਵਾਹ ਚੱਲਦੇ ਨੇ, ਭੋਗ ਪਏ ਤੇ ਸ਼ਾਮਾਂ ਦੇ ਦੀਵਾਨ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ, ਸੋਧਾ ਰਹਿਰਾਸ ਸਾਹਿਬ ਜੀ ਦੇ ਜਾਪ ਉਪਰੰਤ ਹਰੀ ਜਸ ਕੀਰਤਨ ਦਾਸਾਂ ਤੋਂ ਪਹਿਲਾਂ ਪਿਆਰ ਵਾਲੇ ਗੁਰਮੁਖ ਪਿਆਰੇ ਰਲ ਮਿਲ ਕਰਕੇ ਹਾਜ਼ਰੀਆਂ ਭਰੀਆਂ ਨੇ। ਗੁਰੂ ਕੇ ਵਜ਼ੀਰ ਬਾਬਾ ਜੀ ਇਹਨਾਂ ਨੇ ਵੀ ਥੋੜਾ ਜਿਹਾ ਸਮਾਂ ਹੋਰ ਮਹਾਰਾਜ ਜੀ ਦੀ ਗੋਦ ਦੇ ਵਿੱਚ ਹਰੀ ਜਸ ਕੀਰਤਨ ਦਾ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕੇ ਲਾਹਾ ਲੈਣ ਦਾ ਸਾਰੇ ਰਲ ਮਿਲ ਕਰਕੇ ਆਪਾਂ ਯਤਨ ਕਰੀਏ। ਸੰਤ ਮਹਾਰਾਜ ਜੀ ਰਾੜਾ ਸਾਹਿਬ ਵਾਲੇ ਬਚਨ ਕਰਿਆ ਕਰਦੇ ਪੂਰਾ ਪੂਰਾ ਲਾਹਾ ਇਹ ਸਤਸੰਗ ਦਾ ਉਹ ਭਾਗਾਂ ਵਾਲੇ ਲੈਂਦੇ ਨੇ ਜੋ ਮਨ ਚਿੱਤ ਇਕਾਗਰ ਕਰਕੇ ਬੈਠਿਆ ਕਰਦੇ ਨੇ। ਸਾਡਾ ਮਨ ਭੱਜਿਆ ਫਿਰਦਾ ਸ਼ਾਂਤ ਆ, ਕੰਮ ਕਰ ਸਾਰੇ ਐ ਟਿਪਸ ਦੇ ਉੱਤੇ ਨੇ, ਉਂਗਲਾਂ ਦੇ ਉੱਤੇ। ਉਹ ਤਾਂ ਉਹ ਨੇ ਜਿਹੜੇ ਕਰ ਰਹੇ ਆ, ਪਰ ਜਿਹੜੇ ਨਹੀਂ ਕਰ ਰਹੇ ਉਹ ਮਨ ਦੀ ਫਿਰਕੀ ਤੇ ਘੁੰਮ ਰਹੇ ਨੇ। ਮਨ ਬੈਠਾ ਹੀ ਕਰੀ ਜਾਂਦਾ ਤੇ ਮਨ ਕਬੂ ਜਿਹੜਾ ਉਹ ਵਿਚਰਤ ਹੈ ਕਬੂ ਜਾਏ ਅਯਾਲੇ। ਸਤ ਸੰਗਤ ਜੀ ਸਭ ਤੋਂ ਜਿਹੜੀ ਤੇਜ਼ ਗਤੀ ਹੈ, ਜਿਹੜੀ ਸਾਇੰਸ ਵਾਲੇ ਮੰਨਦੇ ਨੇ ਵੀ ਉਹ ਪ੍ਰਕਾਸ਼ ਹੈ, ਪਰ ਜਿਹੜਾ ਵੇਗ ਜਿਹੜੀ ਗਤੀ ਦੇ ਨਾਲ ਮਨ ਦੌੜਦਾ ਤੇ ਉਦੋਂ ਵੱਧ ਕੇ ਗਤੀ ਕਿਸੇ ਹੋਰ ਦੀ ਨਹੀਂ ਹੈ। ਮਿੰਟਾਂ ਸਕਿੰਟਾਂ ਵਿੱਚ ਬੈਠਾ ਹੀ ਸਾਧ ਸਾਈਂ ਦੇਸ਼ਾਂ ਦਸ਼ੰਤਰਾਂ ਵਿੱਚ ਘੁੰਮਿਆ ਹੁੰਦਾ ਹੈ। ਮਹਾਂਪੁਰਖ ਵਚਨ ਕਰਿਆ ਕਰਦੇ ਲਾਹਾ ਪੂਰਾ ਪੂਰਾ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਜੀ। ਦੇਸ਼ ਕਾਲ ਵਸਤੂ ਭੁੱਲ ਜਾਏ, ਕਿੱਥੇ ਬੈਠਾ ਕੌਣ ਆਇਆ ਕੌਣ ਗਿਆ। ਤੇ ਸਤ ਸੰਗਤ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਜਿਹੜਾ ਪੁਰਬ ਦਿਹਾੜਾ ਸਾਰਾ ਸੰਸਾਰ ਮਨਾ ਕੇ ਹਟਿਆ। ਪਿਆਰ ਵਾਲੀਆਂ ਸੰਗਤਾਂ ਰਲ ਮਿਲ ਕਰਕੇ ਮਹਾਰਾਜ ਜੀ ਦੇ ਪਿਆਰ ਦੇ ਵਿੱਚ ਜੁੜ ਰਹੀਆਂ ਨੇ। ਇੱਥੇ ਵੀ ਉਪਰਾਲਾ ਕੇਵਲ ਤੇ ਕੇਵਲ ਇਹ ਜੁੜਨ ਦਾ ਹੀ ਹੈ ਪ੍ਰਯੋਜਨ। ਮਹਾਰਾਜ ਜੀ ਨੇ ਸਤਸੰਗ ਨੂੰ ਸ਼ੋਭਨੀ ਘੜੀਆਂ ਨੂੰ ਸਲਾਹਿਆ ਹੈ ਤੇ ਆਖਿਆ ਹੈ ਜੀਵ ਦਾ ਕੇਵਲ ਤੇ ਕੇਵਲ ਜਿਹੜਾ ਤਰਨ ਦਾ ਜਰੀਆ ਇੱਕ ਸੌਖਾ ਸਾਧਨ ਹੈ, ਢੰਗ ਤਰੀਕਾ ਉਹ ਹੈ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਜਿੱਥੇ ਆਪਾਂ ਬੈਠੇ ਕਿਉਂਕਿ ਨਹੀਂ ਸਾਰੇ ਕੰਮ ਇਹਨੂੰ ਔਖੇ ਲੱਗਦੇ ਨੇ। ਗੁਰੂ ਕੇ ਕਿਰਪਾ ਕਰਕੇ ਸਮਤ ਬਖਸ਼ਦੇ ਨੇ, ਮਹਾਂਪੁਰਖ ਸਮਤ ਬਖਸ਼ਦੇ ਨੇ। ਜਿਹੜਾ ਮਨ ਹੈ ਜੀਵ ਹੈ ਸੰਗਤ ਵਿੱਚ ਜਾਂਦਾ, ਹੌਲੀ ਹੌਲੀ ਜਿਹੜੀ ਜਨਮਾਂ ਜਨਮੰਤਰਾਂ ਦੀ ਮੈਲ ਲੱਗੀ ਹੋਈ ਆ ਗੁਰੂ ਕੇ ਦਰਸ਼ਨ ਕਰਕੇ, ਗੁਰੂ ਕੇ ਪਿਆਰ ਵਾਲਿਆਂ ਦੇ ਨਾਮੀਆਂ ਦੇ ਪਤਾ ਨਹੀਂ ਕਿਹਦੇ ਹਿਰਦੇ ਤੇ ਬੈਠੇ ਗੁਰੂ ਨਾਨਕ ਬੋਲਦੇ ਨੇ। ਸਾਧ ਸਾਂਝੀ ਕਿਹਦੀ ਚਰਨ ਧੂੜ ਦੇ ਨਾਲ ਜਿਹੜੇ ਆ ਮਸਤਕ ਦੀਆਂ ਲੀਕਾਂ ਨੇ ਉਹ ਪੁੱਠੀਆਂ ਸਿੱਧੀਆਂ ਹੋ ਜਾਣੀਆਂ ਨੇ। ਗੁਰੂ ਕੇ ਚਰਨਾਂ ਵਿੱਚ ਆ ਕੇ ਨਕ ਮਸਤਕ ਹੁੰਨੇ ਆ, ਸਿਜਦਾ ਕਰਦੇ ਆ ਮਹਾਰਾਜ ਜੀ ਨੂੰ। ਇਹ ਜਿਹੜੀਆਂ ਰੇਖਾਵਾਂ ਨੇ ਇਹ ਲੇਖ ਲਿਖੇ ਹੋਏ ਨੇ ਸਿੱਧੇ ਹੋ ਜਾਂਦੇ ਨੇ, ਕਿਉਂਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸ਼ਿਆ। ਖਨਲੀ ਧੋਤੀ ਉਜਲੀ ਨਾ ਹੋਈ ਜੇ ਸੋ ਧੋਵਣ ਪਾਵ। ਬੜੇ ਅਰਸ਼ੇ ਤੋਂ ਬਾਅਦ
ਜਨਮਾਂ ਜਨਮਾਂ ਇੱਕ ਅੱਧੇ ਦੀ ਨਹੀਂ, ਇਹਦੀ ਨਹੀਂ, ਇਹਦੀ ਤਾਂ ਗੱਲ ਹੀ ਨਹੀਂ। ਇਹ ਤਾਂ ਚੱਲ ਰਿਹਾ, ਤੈਨੂੰ ਪਤਾ ਸਾਰੀ ਰੀਲ ਤੇਰੇ ਅੱਖਾਂ ਅੱਗੇ ਆ, ਪਰ ਉਹ ਪਤਾ ਨਹੀਂ ਤੂੰ ਕਦੋਂ ਦਾ ਤੁਰਿਆ, ਕਦੋਂ ਦਾ ਚੱਲਿਆ ਹੋਇਆ, ਅਜੇ ਕਿੱਥੇ ਕੁ ਪਹੁੰਚਿਆ, ਕਿੱਥੇ ਜਾਣਾ। ਤੇ ਬਾਕੀ ਗੱਲ ਵਡਿਆਈ, ਉਪਮਾ, ਸ਼ਲਾਘਾ ਗੁਰੂ ਕਿਆਂ ਦੀ, ਗੁਰੂ ਕੀ ਬਾਣੀ, ਇਹ ਤਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ, ਵਾਹ ਵਾਹ ਬਾਣੀ ਨਿਰੰਕਾਰ ਹੈ। ਸਾਧ ਸਾਂਝੀ ਇਹ ਜੇਬਾਂ ਦੇ ਨਾਲ, ਇਹ ਜ਼ੁਬਾਨ ਦੇ ਨਾਲ ਨਹੀਂ ਕੀਤੀ ਜਾ ਸਕਦੀ। ਕਬੀਰ ਸਾਤ ਸਮੁੰਦਰ ਮਸ ਕਰੋ, ਕਲਮ ਕਰੋ ਮਨ ਰਾਏ, ਬਸੁੱਧਾ ਕਾਗਦ ਜੋ ਕਰੋ, ਹਰ ਜਸ ਲਿਖਣ ਨਾ ਜਾਏ। ਨਹੀਂ ਕੀਤੀ ਜਾ ਸਕਦੀ। ਸਾਰੀ ਬਨਸਪਤੀ ਦੀਆਂ ਕਲਮਾਂ ਬਣਾ ਲਈਆਂ ਜਾਣ, ਸਾਰੇ ਸਮੁੰਦਰਾਂ ਦੀ ਸਿਆਹੀ ਧਰਤੀ ਦਾ ਕਾਗਜ਼ ਬਣਾ ਲਿਆ ਜਾਏ, ਫਿਰ ਵੀ ਨਹੀਂ ਲਿਖਿਆ ਜਾ ਸਕਦਾ। ਕੋਈ ਜਵਾਨ ਨੇ ਕਰੋੜਾਂ ਅਰਬਾਂ ਵਰੇ ਜਨਮ ਧਾਰ ਕੇ ਵੀ ਤਦ ਵੀ ਉਹਦੀ ਉਪਮਾ ਵਡਿਆਈ ਕੀਤੀ ਨਹੀਂ ਜਾ ਸਕਦੀ। ਕੇਵਲ ਤੇ ਕੇਵਲ ਜਿਵੇਂ ਇੱਕ ਸਮੁੰਦਰ ਆ, ਉਹਦੇ ਵਿੱਚੋਂ ਬਾਲਟੀ ਭਰ ਲਈਏ, ਸਮੁੰਦਰ ਨੂੰ ਕੋਈ ਫਰਕ ਨਹੀਂ ਪੈਣਾ। ਉਹਦੇ ਚ ਲਿਆ ਕੇ ਇੱਕ ਬਾਲਟੀ ਹੋਰ ਪਾਣੀ ਦੀ ਪਾ ਦਈਏ, ਤਦ ਵੀ ਉਹਨੂੰ ਫਰਕ ਨਹੀਂ ਪੈਣਾ। ਆਖੋ ਸਤਿਨਾਮ। ਇਹ ਤਾਂ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਉਹ ਤਾਂ ਹੈ ਨਹੀਂ ਵੱਡੇ ਸਾਧ ਸੰਗ ਜੀ, ਉਹ ਤਾਂ ਹੈ ਨਹੀਂ ਵੱਡੇ। ਸਤਜੁਗ ਤੈ ਮਾਣਿਓ ਛਲਿਓ ਬਲਵਾਵਨ ਭਾਇਓ, ਤ੍ਰੇਤੈ ਤੈ ਮਾਣਿਓ ਰਾਮ ਰਘੁਵੰਸ ਕਹਾਇਓ। ਹਰੇਕ ਯੁੱਗ ਦੇ ਅੰਦਰ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਗੁਰ ਸੈਣ ਕੋ ਰਾਜ ਅਭੈ ਭਗਤੈ ਜਨ ਦੀਓ। ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਬ ਚੱਲ ਅਟਲ ਆਦਿ ਪੁਰਖ ਫਰਮਾਇਓ। ਬਾਬਾ ਜੀ ਸਿਆੜ ਸਾਹਿਬ ਵਾਲੇ ਸਮਤ ਬਖਸ਼ਿਆ ਕਰਦੇ 239 ਵਰੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨਿਰਗੁਣ ਤੋਂ ਸਰਗੁਣ ਜਾਮਾ ਧਾਰ ਕੇ ਸਾਡੇ ਸੰਸਾਰੀ ਜੀਵਾਂ ਦੇ ਕਲਿਆਣ ਦੇ ਲਈ ਸੰਸਾਰ ਦੀ ਯਾਤਰਾ ਕਰਨੀ ਕੀਤੀ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। 10 ਜਾਮੇ ਮਹਾਰਾਜ ਜੀ ਨੇ ਗੁਰੂ ਸਰੂਪ ਧਾਰਨ ਕੀਤੇ। 11ਵਾਂ ਜਾਮਾ ਜਿਹੜਾ ਸ਼ਬਦ ਸਰੂਪ ਸਾਧ ਸੰਗਤ ਜੀ, ਜੋ ਕਿ ਜੁਗੋ ਜੁਗ ਅਟਲ। ਭਾਗਾਂ ਵਾਲੇ ਸਾਧ ਸੰਗਤ ਜੀ ਸੰਗਤ ਵਿੱਚ ਆਉਂਦੇ ਨੇ, ਸੰਗਤ ਦੀ ਚੇਟਕ ਲੱਗਦੀ ਹੈ। ਉਹ ਮਾਪੇ ਕਰਮਾਂ ਵਾਲੇ ਨੇ ਜਿਨ੍ਹਾਂ ਦੇ ਬੱਚੇ ਸਾਧ ਸੰਗਤ ਜੀ, ਕਿਉਂਕਿ ਅੱਜ ਕੱਲ ਬੜਾ ਫਾਸਟ ਯੁੱਗ ਹੋ ਗਿਆ, ਬੜਾ ਸਾਧ ਸੰਗਤ ਜੀ ਜੀਵਨ ਦੀ ਦੌੜ ਆ ਬੜੀ ਤੇਜ਼ ਹੋ ਗਈ ਆ। ਕਰਮਾਂ ਵਾਲੇ ਨੇ ਜਿਹੜੇ ਸ਼ੌਂਕ ਰੱਖਦੇ ਨੇ ਸੰਗਤ ਵਿੱਚ ਜਾਣ ਦਾ, ਸੇਵਾ ਕਰਨ ਦਾ। ਬਿਨਾਂ ਕਰਮਾਂ ਤੋਂ, ਬਿਨਾਂ ਭਾਗਾਂ ਤੋਂ ਗੁਰੂ ਕੇ ਦੁਆਰੇ ਆਇਆ ਨਹੀਂ ਜਾ ਸਕਦਾ। ਇਸ ਸੰਗਤ ਬਾਬਾ ਜੀ ਸਮਤ ਦਿਆ ਕਰਦੇ ਵੀ ਕਈ ਜਨਮ ਤਾਂ ਇਸ ਸੰਗਤ ਵਿੱਚ ਬੈਠਣ ਦੀ ਸੋਝੀ ਹੋਈ ਨਹੀਂ ਆਉਂਦੀ। ਆਖੋ ਸਤਿਨਾਮ। ਮਹਾਰਾਜ ਜੀ ਜਿਹੜੀ ਆ ਸੇਵਾ, ਇਹ ਤਾਂ ਆਪਾਂ ਕੇਵਲ ਤੇ ਕੇਵਲ ਆਪਣੇ ਪੁੰਨ ਵਧਾਉਣੇ, ਇਹ ਬਾਰ-ਬਾਰ ਸਮਾਂ ਨਹੀਂ ਮਿਲਦਾ। ਇੱਥੇ ਤਾਂ ਕਿਆ ਪ੍ਰਵਾਸਾ ਇਸ ਭਾਂਡੇ ਕਾ ਇਤਨ ਕ ਲਾਗੇ ਠਨਕਾ। ਤਦ ਤੇ ਇਹ ਜਿਹੜੀ ਬਾਣੀ ਹੈ ਨਾ, ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਦੇਖਿਓ ਮਹਾਰਾਜ ਜੀ ਦੇ ਐਸੇ ਬਚਨ ਨੇ ਜੀਵਨ ਸਫਲਾ ਕਰਨਾ। ਕੰਨੀ ਸੁਣੀਏ ਗੁਰਾਂ ਦੀ ਬਾਣੀ, ਆਇਓ ਸੁਣਨ ਪੜਨ ਕੋ ਬਾਣੀ। ਨਾਮ ਵਿਸਾਰ ਲੱਗਾ ਅਨ ਲਾਲਚ, ਬਿਰਥਾ ਜਨਮ ਪੁਰਾਣੀ। ਜੇਬਾਂ ਨਾਲ ਨਾਮ ਜਪੀਏ, ਕੰਨੀ ਸੁਣੀਏ ਗੁਰਾਂ ਦੀ ਬਾਣੀ। ਜੇਬਾਂ ਨਾਲ ਨਾਮ ਜਪੀਏ,
ਜਪੀਏ। ਕੰਨੀ ਸੁਣੀਏ ਗੁਰਾਂ ਦੀ ਗੁਰਬਾਣੀ, ਜੀਭਾਂ ਨਾਲ ਨਾਮ ਜਪੀਏ। ਨਾਲ ਨਾਮ ਜਪੀਏ। ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਮਹਾਰਾਜ ਜੀ ਦੀ ਐਸੀ ਤਾਕੀਦ ਹੈ, ਕਰਮਾਂ ਵਾਲੇ ਨੇ ਅੰਤਰ ਗੁਰ ਆਰਾਧਣਾ, ਜੇਬਾ ਜਪ ਗੁਰ ਨਾਉ, ਤਾਂ ਤੇ ਰਹੋ ਵਿਚਾਰ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਤਰਸ ਕੀਤਾ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਮਹਾਰਾਜ ਜੀ ਨੇ 4 ਉਦਾਸੀਆਂ ਸੰਸਾਰ ਦੇ ਕਲਿਆਣ ਦੀ ਕਰਨੀਆਂ ਕੀਤੀਆਂ। ਉਹੀ ਜੋਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਅੰਦਰ ਟਿਕਾ ਦਿੱਤੀ, ਸੰਸਾਰ ਦਾ ਕਲਿਆਣ ਕਰ ਰਹੇ ਨੇ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਆਪਣੇ ਸਮੇਂ ਅਨੁਸਾਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੰਦਰ, ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ, ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹੀ ਜੋਤ ਪੰਜਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਅੰਮ੍ਰਿਤਸਰ ਸਾਹਿਬ ਵਿਖੇ ਸੰਗਤਾਂ ਦਾ ਕਲਿਆਣ ਕਰ ਰਹੇ ਨੇ, ਸੰਗਤਾਂ ਦਾ ਉਧਾਰ ਕਰ ਰਹੇ ਨੇ, ਰੋਂਦੇ ਆਉਂਦੇ ਹੱਸਦੇ ਜਾਂਦੇ ਨੇ। 1588 ਈਸਵੀ ਦੇ ਵਿੱਚ ਸਾਧ ਸੰਗਤ ਜੀ, ਕਿਉਂਕਿ ਜਿਹੜਾ ਦਰ ਹੈ ਨਾ, ਇਹ ਸਾਰਿਆਂ ਦਾ ਸਾਂਝਾ ਦਰ ਹੈ। ਸਭੇ ਸਾਂਝੀ ਵਾਲ ਸਦਾਏ ਨੇ, ਕੋਈ ਨਾ ਦਿਸੈ ਬਾਹਰਾ ਜੀ। ਸਾਈਂ ਮੀਆਂ ਮੀਰ ਜੀ ਪਾਸੋਂ ਹਰੀ ਦੇ ਮੰਦਰ ਹਰਮੰਦਰ ਸਾਹਿਬ ਦੀ ਨੀਂਹ ਰਖਾਣੀ ਕੀਤੀ। ਇਸਲਾਮ ਧਰਮ ਦੇ ਨੇ ਤੇ ਕਿੱਡਾ ਸਤਿਕਾਰ ਦਿੱਤਾ। 1588 ਈਸਵੀ ਦੇ ਵਿੱਚ ਸ਼੍ਰੀ ਹਰਮੰਦਰ ਸਾਹਿਬ ਦੀ ਜਿਹੜੀ ਆ ਉਹ ਸੰਪੂਰਨਤਾਈ ਹੋ ਗਈ ਸੀ, ਤਿਆਰ ਹੋ ਗਈ ਇਮਾਰਤ। 4 ਦਰਵਾਜ਼ੇ ਰੱਖੇ, ਚਾਰੇ ਵਰਨਾਂ ਨੂੰ, ਸਾਧ ਸੰਗਤ ਜੀ ਚਾਰੇ ਦਿਸ਼ਾਵਾਂ ਨੂੰ ਸਾਂਝੇ, ਸਾਰੇ ਜਿਹੜਾ ਮਰਜੀ ਆਵੇ ਗੁਰੂ ਨਾਨਕ ਦੇ ਦਰ, ਗੁਰੂ ਨਾਨਕ ਦੇ ਘਰ। ਕਿਉਂਕਿ ਇਨਸਾਨੀਅਤ ਇੱਥੇ ਨਾ ਸਿੱਖ ਦੀ ਗੱਲ। ਤੇ ਹੁਣ ਜਿਹੜਾ ਵੱਡਾ ਕਾਰਜ ਸੀ ਸਾਧ ਸੰਗਤ ਜੀ, ਬਾਣੀ ਗੁਰੂ ਨਾਨਕ ਸਾਹਿਬ ਮਹਾਰਾਜ ਜਿੱਥੇ ਵੀ ਗਏ ਮਰਦਾਨਿਆਂ ਰਵਾਬ ਛੇੜ ਬਾਣੀ ਆਈ ਹੈ।
साध संगत जी जैसी में आवे खसम की बाणी तैसड़ा करी ज्ञान वे लाल। जिमें जिमें आउंदी है साध संगत जी वो बाणी उचार रहे ने मर्दाने रवाब छेड़ बाणी आई है बाणी उचार रहे ने धुर दरगाही जिथे भी गए बाणी दे अमोघ बाण महाराज जी ने वो मारने कीते बाणी दे राही कल्याण करना कीता। दूजे पातशाह महाराज जी चौथे पातशाह तीजे पातशाह बाणी उचारी पंचम पातशाह महाराज जी ते साध संगत जी हुण पंजवें पातशाह महाराज जी दे समय जिहड़ा उन्हां दा भराता प्रीति चंद उन्हां दा जिहड़ा पुੱਤ सी ना मेहरबान वधिया उन्हें एजुकेशन दी वधिया पढ़ाई दी जो इतिहास दसदा भी वो 4 भाषावां दा जाणू हिंदी संस्कृत गुरमुखी ते फारसी चंगी जिहड़ी वो भाषा नूं जाणू ते जिहदे करके वो काव्य रचना कवितावां रचन लग गया ते वो जिहड़ियां कवितावां उन्हां दे विच हूबहू गुरबाणी दी नकल करके नानक नाम पा के गुरु नानक साहब सच्चे पातशाह जी दा वो बाणी नूं रचन लग गया। संगतां दे विच भी भुलेखा पैण लग गया भी ये महाराज दी उचारी हुई आ जां कि जिहड़ा पिरथी चंद उहदा पुत्तर आ के उहने ते महाराज जी ने बाणी दी जिहड़ी फिर संपादना इकत्तर कीती बाणी सारे गुरु साहिबानां दी 15 भगत 4 गुरसिख साध संगत जी भाई सत्ता बलवंड भाई मरदाना जी बाबा सुंदर जी ते पंडित ब्राह्मण सी जो 11 भट्ट महाराज जी ने बाणी की संपादना ਅੰਮ੍ਰਿਤਸਰ साहब विखे गुरुद्वारा शहीदा साध संगत जी ਉਹਦੇ नेड़े पहला रामसर सरोवर बनवाया। उस सरोवर के कंढे के उत्ते श्री सुखमनी साहब जी की पंचम पातशाह महाराज जी ने पहला संपादना की सुखमनी सुख अमृत प्रभ नाम भगत जना कै मन विश्राम। साध संगत जी जिहदे 24,000 अखर ने सुखमनी साहब जी के 24,000 अखर ते उस थां दे उत्ते महाराज जी ने भाई गुरदास जी नूं लिखारी बना के भाई गुरदास जी जिहड़े संसारी रिश्ते दे विच मामा जी लगदे सी महाराज जी पंचम पातशाह धन गुरु अर्जन साहब महाराज जी ते उन्होंने भाई साहब करके महाराज जी बुलाया करते सी। भाई साहब बहुत वड्डा जिहड़ा गुरु घर दे विच रुतबा भाई साहब दा भाई साहब करके जिहड़ा संबोधन करके बुलाया करते सी। ते महाराज जी 1601 दे विच धन श्री गुरु ग्रंथ साहिब महाराज जी की अमृत गुरबाणी नूं इकत्तर करके जिहड़ी संपादना शुरू कर दी भाई गुरदास जी नूं लिखारी बना के सारी बाणियां लिख रहे ने। इस दौरान इतिहास के बोल ने बहुत आए चल के भी साडी भी बाणी दर्ज करो भी सारियां नूं थां दित्ती है ते इस्लाम वाले नूं भी साध संगत जी ना किसी जात की गल ना धर्म की गल ना किसी इलाके फिरके की गल ना बोली की गल ते महाराज जी ने वो रब्बी इल्हाम जिहड़ा वो दरगाह तो उतरिया होया निरंकार दी अमृत गुरबाणी उन्होंने दर्ज कर रहे ने। इस समय के दौरान लाहौर तो चल के आए साध संगत जी ते जिन्हां नूं भगत आंदे सी उस समय के लोग भगत कहा जाता सी। छज्जू जी कान्हा जी पीलू जी ये सारे ये भी चल के आए। महाराज भी सानू भी थां दिओ इहदे विच पता लग्या तुसीं संसार दे उधार दे लई ग्रंथ की रचना कर रहे हो असीं भी बाणी उचारदे हां साडी भी बाणी लिखो। महाराज जी कहंदे जियो आया नूं चल के आए। साध संगत जी कहंदे इउं करो कान्हा जी आए कहंदे इउं करो फिर सुनाओ बाणी जो लिखाउणी चाहुंदे हो दर्ज कराउणी। ते उन्होंने साध संगत जी
महाराज जी बैठे हुए ने, इतिहास के जो बोल ने कहते उच्चारण किया, ओही रे मन ओही रे। शुरू किया ना महाराज जी कहते बहुत वधिया भाई, ओही रे मन कहते ਇਹਦੇ ਵਿੱਚੋਂ ਹਉਮੈ ਦੀ ਮਾਣ ਦੀ ਆ ਜਿਹੜੀ, ਇੱਥੇ ਤਾਂ ਕਹਿੰਦੇ ਉਹ ਪ੍ਰਵਾਨ ਨੇ ਜਿਹੜੇ ਚਮੜੇ ਦਾ ਕੰਮ ਕਰਦੇ ਸਾਧ ਸੰਗਤ ਜੀ, ਜਿਨ੍ਹਾਂ ਨੇ ਕਹਿ ਦਿੱਤਾ ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਇੱਥੇ ਉਹ ਪ੍ਰਵਾਨ ਨੇ ਸਾਧ ਸਾਂਝੀ ਖੱਡੀ ਦਾ, ਉਹ ਜਿਹੜਾ ਕੰਮ ਕਰਨ ਵਾਲੇ ਜਿਹੜੇ ਆਂਦੇ ਨੇ ਕਬੀਰ ਤੂੰ ਤੂੰ ਕਰਤਾ तू हुआ मुझ में रहा न हूँ, जब आपा पर का मिट गया जत देखा तत तू। इत्थे तां वो प्रवान ने साध संगत जी, भाई जज्जू जी, उन्होंने ने भी जो उचारिया जिहदे विच बोल साध संगत जी इस्तरी जाति दे प्रति निंदा वाले, महाराज जी कहते कहते ना ना भाई ये तां गुरबाणी भंड जम्मी है, भंड निमी है, भंड मंगण बियाहो, भंडो होवे दोस्ती भंडो चलै राहो, भंड मुआ भंड भाली है, भंड होवे बंधान सो क्यों मंदा आखी है, जित जम्मै राजान। आए चल के महाराज कहते ये ऐ नहीं भी जेड़ा आ गया ओदी साध संगत जी, ये तां जेड़ी बाणी है ना, बाणी तुर दरगाह तो ਜਿਹੜਾ ਨਿਰੰਕਾਰ ਦਾ ਸਰੂਪ ਸੀ ਨਾ ਇਸ ਸੰਸਾਰ ਵਿੱਚ, ਭਾਵੇਂ ਉਹ ਭਗਤ ਜਨ ਭਾਵੇਂ ਗੁਰੂ ਸਾਹਿਬਾਨ, ਜਿਨ੍ਹਾਂ ਦੇ ਰਾਹੀਂ ਆਈ ਨਿਰੰਕਾਰ ਦੇ ਦੇਸ਼ ਵਿੱਚੋਂ ਸਾਧ ਸੰਗਤ ਜੀ, ਉਹੀ ਇਹ ਆਈ ਕਾਦੇ ਲਈ? ਬਾਣੀ ਤੁਰ ਦਰਗਾਹ ਤੋਂ ਆਈ, ਦੁਨੀਆ ਦੇ ਤਾਰਨੇ ਨੂੰ, ਬਾਣੀ ਤੁਰ दुनिया दे तारने ਬਾਣੀ ਤੁਰ ਦਰਗਾਹ ਤੋਂ ਆਈ, ਦੁਨੀਆ ਦੇ ਤਾਰਨੇ, ਇਹ ਦੁਨੀਆ ਦੇ ਤਾਰਨੇ ਨੂੰ, ਦੁਨੀਆ ਦੇ ਤਾਰਨੇ ਨੂੰ, ਦੁਨੀਆ ਦੇ ਤਾਰਨੇ ਨੂੰ, ਦੁਨੀਆ ਦੇ ਤਾਰਨੇ ਨੂੰ।
ਪਹਿਲੇ ਦੂਜੇ ਤੀਜੇ ਚੌਥੇ ਪੰਜਵੇਂ 15 ਭਗਤ ਗੁਰਸਿੱਖ ਭੱਟ ਸਾਹਿਬਾਨਾਂ ਦੀ ਬਾਣੀ ਨੂੰ ਦਰਜ 30 ਰਾਗਾਂ ਦੇ ਵਿੱਚ ਕਰਨਾ ਕੀਤਾ। 3 ਸਾਲ ਦਾ ਸਮਾਂ ਲੱਗਿਆ। 1601 ਤੋਂ ਲੈ ਕੇ 1604 ਤੱਕ ਸਦ ਸੰਗਤ ਜੀ ਸੰਪਾਦਨਾ ਸੰਪੂਰਨਤਾਈ ਹੋ ਗਈ ਤੇ ਮਹਾਰਾਜ ਜੀ ਨੇ ਲਿਖ ਦਿੱਤਾ ਅਖੀਰ ਦੇ ਵਿੱਚ ਥਾਲ ਵਿੱਚ 3 ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਜੇ ਕੋ ਖਾਵੇ ਜੇ ਕੋ ਪੂਜੈ ਤਿਸ ਕਾ ਹੋਏ। ਇਹ ਜੇ ਕੋ ਖਾਵੇ जे को पूंचे तिसका होए उधारो। जे को खावे जे को पूंचे तिसका होए उधारो। जे को खावे इसका होए उधारो। जे को खावे जे को पूछे इसका होए उधारो। थाल विच 3 वस्तु पईओ थाल विच 3 वस्तु पईओ थाल विच 3 वस्तु पईओ थाल विच 3 वस्तु पईओ। हाँ थाल विच 3 वस्तु पईओ सत संतोख विचारो। थाल विच 3 वस्तु पईओ सत संतोख विचारो। हाँ जे को खावे जे को पूंचे तिसका होए उधारो। जे को पूंचे इसका होए उधारो। महाराज जी थाल विच 3 वस्तु पईओ सत संतोख विचारो। अमृत नाम ठाकुर का पयो जिसका सबस जे को खावे जे को पूंचे तिसका होए। ये वस्त तजी ने जाई नित नित रख तम संसार चरण लग तरिए सब नानक ब्रह्म पसारो। महाराज जी ने अंकित कीता संपादना होगी पूरी साध संगत जी ते धन बाबा बुढ़ा साहब जी जिन्हां ने 5 गुरु साहिबां दी सेवा 6 गुरु साहिबां दे दर्शन साध साईं 5 गुरु साहिबां नूं हत्थी गुरियाई दा तिलक ਜਿਹੜੀ ਗ੍ਰੰਥੀ ਦੀ ਸੇਵਾ ਕਿਤੇ ਉਹ ਮਾੜੀ ਮੋਟੀ ਨਹੀਂ ਗੱਲ ਨਹੀਂ ਹੁੰਦੀ। ਸਾਧ ਸਾਈਂ ਗੁਰੂ ਕਾ ਵਜ਼ੀਰ ਬਹੁਤ ਵੱਡਾ ਰਤਬਾ ਹੈ। ਦੀਨ ਦੁਨੀ ਦੇ ਮਾਲਕ ਜੁਗੋ ਜੁਗ ਅਟਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਵਜ਼ੀਰ ਹੈ ਨਾ ਗੁਰੂ ਕਾ ਵਜ਼ੀਰ ਤੇ ਇਹ ਸੇਵਾ ਕਿਹਨਾਂ ਦੇ ਹਿੱਸੇ ਆਈ ਜਿਨ੍ਹਾਂ ਦੀ ਉਸ ਵਕਤ ਉਮਰ 100 ਸਾਲ ਤੋਂ ਉੱਤੇ ਲਗਭਗ। ਧੰਨ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਬਚਪਨ ਤੋਂ ਗੁਰੂ ਨਾਨਕ ਸਾਹਿਬ ਜੀ ਦੇ ਜੋ ਚਰਨਾਂ ਦੇ ਵਿੱਚ ਆ ਗਏ। ਸਾਧ ਸੰਗਤ ਜੀ ਗੁਰਦੁਆਰਾ ਰਾਮਸਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਉੱਥੇ ਸੰਪਾਦਨਾ ਸੰਪੂਰਨ ਹੋ ਗਈ। ਆਦ ਵੀੜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਿਆਈ 10ਵੇਂ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਤੇ ਹੁਣ ਮਹਾਰਾਜ ਦਾ ਪ੍ਰਕਾਸ਼
ਹਰੀ ਦੇ ਮੰਦਿਰ ਦੇ ਵਿੱਚ ਕੀਤਾ ਜਾਣਾ ਸੀ। ਤੇ ਧੰਨ ਬਾਬਾ ਬੁੱਢਾ ਸਾਹਿਬ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਦੇ ਉੱਤੇ ਮਹਾਰਾਜ ਜੀ ਨੂੰ ਸਾਧ ਸਾਈਂ ਅੰਮ੍ਰਿਤ ਗੁਰਬਾਣੀ ਨੂੰ ਸੁਸ਼ੋਭਿਤ ਕੀਤਾ। ਨਰਸਿੰਘੇ ਵੱਜ ਰਹੇ ਨੇ ਸਾਧ ਸੰਗਤ ਜੀ, ਤੇ ਬਾਣੀ ਗਾਇਨ ਕੀਤੀ ਜਾ ਰਹੀ ਹੈ, ਕੀਰਤਨ ਹੋ ਰਿਹਾ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਆਪ ਹੱਥੀਂ ਚੌਰ ਕਰਦੇ ਜਾ ਰਹੇ ਨੇ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਇਹ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਨਿਰੰਕਾਰ ਦਾ ਸਰੂਪ ਹੈ ਬਾਣੀ। ਸਾਧ ਸੰਗਤ ਜੀ ਆਪ ਚੌਰ ਕਰਦੇ ਜਾ ਰਹੇ ਨੇ। ਸੰਗਤਾਂ ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਮੋਰੀ ਜਿਹੜੀਆਂ ਸਿੱਖ ਸੰਗਤਾਂ, ਬਹੁਤ ਸੰਗਤਾਂ ਨੇ ਹਰੀ ਦੇ ਮੰਦਿਰ ਹਰਮੰਦਰ ਸਾਹਿਬ ਪਹੁੰਚ ਗਈਆਂ। ਪ੍ਰਕਾਸ਼ ਕੀਤਾ ਗਿਆ। ਪੰਚਮ ਪਾਤਸ਼ਾਹ ਮਹਾਰਾਜ ਜੀ ਜਿਹੜੀ ਬਾਣੀ ਨਾ, ਜਦੋਂ ਗੁਰੂ ਨਾਨਕ ਸਾਹਿਬ ਆਂਦੇ ਸੀ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਆ, ਗੁਰੂ ਨਾਨਕ ਸਾਹਿਬ ਦੀ ਰਸਨਾ ਰਾਹੀਂ ਬਾਣੀ ਸੰਸਾਰ ਸਰਵਣ ਕਰਦਾ। ਦੂਜੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਮਹਾਰਾਜ ਬਾਣੀ ਉਹ ਆਪਣੀ ਰਸਨਾ ਤੋਂ ਉਚਾਰਨ ਕਰਦੇ, ਸੰਸਾਰ ਸਰਵਣ ਕਰਦਾ। ਤੀਜੇ ਪਾਤਸ਼ਾਹ, ਚੌਥੇ, ਪੰਚਮ ਪਾਤਸ਼ਾਹ ਅੱਜ ਬਾਬਾ ਬੁੱਢਾ ਸਾਹਿਬ ਜੀ ਬੈਠੇ ਨੇ ਸਾਧ ਸੰਗਤ ਜੀ ਹਜ਼ੂਰੀ ਦੇ ਅੰਦਰ। ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਂਦੇ ਨੇ ਬਾਬਾ ਬੁੱਢਾ ਸਾਹਿਬ, ਬਾਬਾ ਜੀ ਹੁਕਮਨਾਮਾ। ਤੇ ਅੱਜ ਸਾਧ ਸੰਗਤ ਜੀ ਗੁਰੂ ਸਾਹਿਬ ਬਾਬਾ ਬੁੱਢਾ ਸਾਹਿਬ ਦੀ ਰਸਨਾ ਦੇ ਰਾਹੀਂ ਸੰਗਤ ਨੂੰ ਉਪਦੇਸ਼ ਕਰ ਰਹੇ ਨੇ। ਆਖੋ ਸਤਨਾਮ ਵਾਹਿਗੁਰੂ। ਹਰਮੰਦਰ ਸਾਹਿਬ ਵਿਖੇ 1604 ਈਸਵੀ ਨੂੰ ਜਿਹੜਾ ਪਹਿਲਾ ਪ੍ਰਕਾਸ਼ ਮਹਾਰਾਜ ਦੀ ਬਾਣੀ ਦਾ ਕੀਤਾ ਗਿਆ, ਜਿਹੜਾ ਪਹਿਲਾ ਪ੍ਰਕਾਸ਼ ਪੁਰਬ ਆਪਾਂ ਮਨਾ ਰਹੇ ਹਾਂ। ਹੁਕਮਨਾਮਾ ਆਇਆ, ਗੁਰੂ ਕੇ ਵਜ਼ੀਰ ਬਾਬਾ ਜੀ ਪੜ੍ਹ ਕੇ ਹਟੇ ਨੇ। ਸਾਧ ਸੰਗਤ ਜੀ ਸਰਵਣ ਕੀਤਾ ਆਪਾਂ ਨੇ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਨੇ ਹੁਕਮਨਾਮਾ, ਸਾਰਾ ਦਿਨ ਦੀਵਾਨ ਸਜਿਆ ਹਰਮੰਦਰ ਸਾਹਿਬ ਵਿਖੇ। ਸ਼ਾਮਾਂ ਹੋ ਗਈਆਂ ਤੇ ਮਹਾਰਾਜ ਜੀ ਹੁਣ ਬਾਣੀ ਇਹ ਸੁਖਾਸਨ ਸੰਤੋਖ ਕੇ ਕਿੱਥੇ, ਕਹਿੰਦੇ ਭਾਈ ਕੋਠਾ ਸਾਹਿਬ। ਕੋਠਾ ਸਾਹਿਬ ਜੋ ਅਕਾਲ ਤਖਤ ਸਾਹਿਬ ਆਪਾਂ ਦਰਸ਼ਨ ਕਰਨੇ ਆ ਸੰਗਤ ਜੀ। ਮਹਾਰਾਜ ਜੀ ਉੱਥੇ ਮਹਾਰਾਜ ਜੀ ਦਾ ਵਿਸ਼ਰਾਮ ਉਹ ਗ੍ਰਹਿ ਹੋਇਆ ਕਰਦਾ ਸੀ, ਜਿਹਨੂੰ ਕੋਠਾ ਸਾਹਿਬ ਕਰਕੇ ਸੰਗਤ ਆ ਜਿਹੜੀ ਸਤਿਕਾਰ ਕਰਦੀ, ਜਿੱਥੇ ਪੰਚਮ ਪਾਤਸ਼ਾਹ ਵਿਰਾਜਦੇ ਸੀ। ਸੁਖਾਸਨ ਮਹਾਰਾਜ ਦੀ ਅੰਮ੍ਰਿਤ ਬਾਣੀ ਦਾ ਕੀਤਾ ਗਿਆ, ਸਤਿਗੁਰਾਂ ਦੇ ਪਾਵਨ ਪਵਿੱਤਰ ਸਰੂਪ ਦਾ। ਤੇ ਉਸੇ ਤਰ੍ਹਾਂ ਅੱਜ ਵੀ ਸੰਗਤਾਂ ਦਰਸ਼ਨ ਦਿਦਾਰੇ ਕਰਦੀਆਂ ਨੇ। ਮਹਾਰਾਜ ਜੀ ਨੇ ਮਰਿਆਦਾ ਵੰਨ ਦਿੱਤੀ ਉਸ ਸਮੇਂ ਤੋਂ ਹੀ, ਸਾਧ ਸਾਈਂ ਪਹਿਲੇ ਹੀ ਦਿਨ ਤੋਂ ਰੋਜ਼ ਦੀਵਾਨ ਸਜਦਾ। ਤੇ ਉਸੇ ਤਰ੍ਹਾਂ ਸਤਿਕਾਰ ਦੇ ਨਾਲ ਮਹਾਰਾਜ ਜੀ ਨੂੰ ਵਿਦਾਈ ਦਿੱਤੀ ਗਈ ਹਰਮੰਦਰ ਸਾਹਿਬ ਤੋਂ ਸੁਖਾਸਨ ਕਰਕੇ ਵਿਸ਼ਰਾਮ ਦੇ ਲਈ। ਤੇ ਮਹਾਰਾਜ ਵਿਸ਼ਰਾਮ ਕਹਿੰਦੇ ਜਿੱਥੇ ਜਿਸ ਤਖਤ ਦੇ ਉੱਤੇ ਅਸੀਂ ਵਿਰਾਜਦੇ ਸੀ, ਕਹਿੰਦੇ ਐਨ ਸੁੰਦਰ ਨਵੇਂ ਉੱਥੇ ਜਿਹੜੀ ਵਿਛਾਈ ਕੀਤੀ ਜਾਵੇ, ਨਵੇਂ ਆਸਣ ਲਾ ਦਿੱਤੇ। ਕਹਿੰਦੇ ਉੱਥੇ ਚਲੋ ਮੈਂ ਸਤਿਕਾਰ ਕੀਤਾ, ਸੁਸ਼ੋਭਿਤ ਕਰ ਦਿੱਤਾ ਮਹਾਰਾਜ ਦੇ ਸਰੂਪ ਨੂੰ। ਕਹਿੰਦੇ ਮਹਾਰਾਜ ਤੁਹਾਡਾ ਆਸਣ ਨਾਲ ਲਾ ਦਈਏ ਇੱਥੇ, ਤੁਸੀਂ ਹੋਰ? ਕਹਿੰਦੇ ਨਹੀਂ, ਅੱਜ ਤੋਂ ਸਾਡਾ ਆਸਣ ਬਰਾਬਰ ਮੰਜੇ ਤੇ ਨਹੀਂ। ਮਹਾਰਾਜ ਫਿਰ ਤੁਸੀਂ ਕਿੱਥੇ ਵਿਰਾਜੀਗੇ ਹੋ? ਕਹਿੰਦੇ ਸਾਡਾ ਆ ਨੀਚੇ ਚਾਦਰ ਵਿਛਾ ਦਿਓ। ਮਹਾਰਾਜ ਜੀ ਉਸ ਦਿਨ ਤੋਂ ਭੂਮੀ ਤੇ ਹੋ ਗਏ, ਭੂਮ ਆਸਣ ਲਾ ਲਿਆ। ਕੋ ਸਤਨਾਮ ਵਾਹਿਗੁਰੂ। ਕਿੱਡਾ ਜ਼ਿਆਦਾ ਸਤਿਕਾਰ। ਅੱਜ ਵੀ ਹਰਮੰਦਰ ਸਾਹਿਬ ਜਦੋਂ ਜਾਂਦੇ ਆ ਨਾ, ਸ਼੍ਰੀ ਅਕਾਲ ਤਖਤ ਸਾਹਿਬ ਦਰਸ਼ਨ ਕਰਦੇ ਆ, ਜਿੱਥੇ ਮਹਾਰਾਜ ਦਾ ਸੁਖਾਸਣ ਹੋਇਆ ਹੋਇਆ। ਹਰਮੰਦਰ ਸਾਹਿਬ ਤੋਂ ਮਹਾਰਾਜ ਜੀ ਜਾਂਦੇ ਨੇ ਸੁੰਦਰ, ਉਹ ਜਿਹੜੀ ਸੋਨੇ ਦੀ ਪਾਲਕੀ ਵਿੱਚ, ਜਿਹਨੂੰ ਤਰਸਦੇ ਨੇ ਵੀ ਐ ਸਾਡਾ ਹੱਥ ਲੱਗ ਜਾਵੇ। ਸਾਧ ਸੰਗਤ ਜੀ ਭਾਗਾਂ ਵਾਲੇ ਉਹ ਆਪਣੇ ਆਪ ਨੂੰ ਮੰਨਦੀਆਂ ਨੇ ਸੰਗਤਾਂ, ਜਿਨ੍ਹਾਂ ਦਾ ਮੋਢਾ ਲੱਗ ਜਾਂਦਾ। ਤੇ ਫਿਰ ਲੈ ਕੇ ਜਾਂਦੇ ਨੇ ਮਹਾਰਾਜ, ਜਿੱਥੇ ਮਹਾਰਾਜ ਜੀ ਸੁਭਾਏਮਾਨ ਹੁੰਦੇ ਨੇ ਵਿਸ਼ਰਾਮ ਦੇ ਲਈ। ਉਹਦੇ ਨੀਚੇ ਅੱਜ ਵੀ ਇੱਕ ਚਾਦਰ ਵਿਛਾਈ ਹੋਈ, ਉਹ ਪ੍ਰਤੀਕ ਆ ਮਹਾਰਾਜ। ਸਾਡਾ ਆਸਣ ਆ ਜਿਹੜਾ ਅੱਜ ਤੋਂ ਭੂਮੀ ਦੇ ਉੱਤੇ ਭੂਮ ਆਸਣ। ਕਿੱਡਾ ਸਤਿਕਾਰ ਸਾਨੂੰ ਗੁਰਬਾਣੀ ਦਾ ਮਹਾਰਾਜ ਜੀ ਨੇ ਸਾਧ ਸੰਗਤ ਜੀ ਸਿਖਾਇਆ। ਕਿਉਂਕਿ ਬਾਣੀ ਇਹ ਕੋਈ
ਆਮ ਕਿਸੇ ਸਾਧ ਸੰਗਤ ਜੀ ਪ੍ਰੋਫੈਸਰ ਦੀ ਕੋਈ ਕਹੀ ਹੋਈ ਕਾਵ ਰਚਨਾ, ਕਿਸੇ ਕੋਈ ਵਿਦਵਾਨ ਦੀ ਆਖੀ ਹੋਈ ਗੱਲ ਨਹੀਂ। ਇਹ ਤਾਂ ਦਰਗਾਹ ਦੇ ਵਿੱਚੋਂ, ਨਿਰੰਕਾਰ ਦੇ ਦੇਸ਼ ਵਿੱਚੋਂ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਬੰਨਾ। ਆਨੰਦ ਕਰਾ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਸੰਤੋ ਸੁਖ ਹੋਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੀ ਜਾਈ। ਤੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਸਾਧ ਸੰਗਤ ਜੀ, ਸਗਲੀ ਤੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਬਖਾਨਾ। ਸਾਧ ਸੰਗਤ ਜੀ, ਆਹ ਬਾਣੀ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ, ਸਾਧ ਸੰਗਤ ਜੀ, ਤੇ ਆ ਮਹਾਰਾਜ ਦੀਆਂ ਪਾਵਨ ਪਵਿੱਤਰ ਬੀੜਾਂ, ਮਹਾਰਾਜ ਦੇ ਸਰੂਪ ਅਲਮਾਰੀਆਂ ਦੇ ਵਿੱਚ, ਸੁੱਖ ਆਸਣ ਸੰਦੂਕਾਂ ਦੇ ਵਿੱਚ ਉਹਨਾਂ ਨੇ ਸਤਿਕਾਰ, ਉਹਨਾਂ ਨੇ ਉਹ ਮਰਿਆਦਾ ਜੋ ਕਲਗੀਧਰ ਮਹਾਰਾਜ ਜੀ ਨੇ ਸਾਧ ਸੰਗਤ ਜੀ ਦਰਸਾਈ ਸੀ, ਕਿਹੜੀ ਆਗਿਆ ਪਈ ਅਕਾਲ ਕੀ ਤਬੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅੱਜ ਤੇ ਬਾਅਦ ਸਾਧ ਸੰਗਤ ਜੀ ਜਿਹੜੀ ਸਾਡੀ ਜੋਤ ਹੈ ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ 11ਵੇਂ ਸਾਧ ਸੰਗਤ ਜੀ ਸਰੂਪ ਜੁਗੋ ਜੁਗੋ ਟਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਤੇ ਉਹ ਸੰਗਤਾਂ ਨੂੰ ਸਮੱਤ ਬਖਸ਼ ਕੇ, ਸੰਸਾਰ ਨੂੰ ਸਮੱਤ ਬਖਸ਼ਿਓ ਭਲਿਓ। ਸਾਧ ਸੰਗਤ ਜੀ, ਇਹ ਬਾਣੀ ਹੈ ਨਾ ਜਿਹੜੀ ਨਿਰੰਕਾਰ ਦਾ ਸਰੂਪ ਹੈ, ਇਹ ਪ੍ਰਤੱਖ ਗੁਰੂ ਨਾਨਕ ਬੈਠੇ ਨੇ, ਇਹ ਬੋਲਦੇ ਵੀ ਨੇ, ਇਹ ਸੁਣਦੇ ਵੀ ਨੇ, ਇਹ ਭੋਗ ਵੀ ਲਾਉਂਦੇ ਨੇ। ਆਖੋ ਸਤਨਾਮ। ਕਈ ਜਿਹੜੇ 4 ਕਲਾਸਾਂ ਪੜ੍ਹ ਕੇ ਕਹਿੰਦੇ ਚੰਗੇ ਰੁਮਾਲਿਆਂ ਦੀ ਕੀ ਲੋੜ, ਸਾਧ ਸੰਗਤ ਜੀ ਗਰਮੀ ਸਰਦੀ ਕੂਲਰ ਏਸੀ ਜਾਂ ਮੌਸਮ ਮੁਤਲਕ ਬਾਬਾ ਜੀ ਸਮੱਤ ਦਿਆ ਕਰਦੇ, ਕਹਿੰਦੇ ਸੁੰਦਰ ਤੋਂ ਸੁੰਦਰ ਮਹਾਰਾਜ ਦਾ ਆਸਣ ਹੋਵੇ, ਕਿਉਂਕਿ ਤਾਂ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਨੇ। ਤੇ ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਨਾਨਕਸਰ ਕਲੇਰਾਂ ਵਾਲੇ ਸਾਧ ਸੰਗਤ ਜੀ, ਜਿਨ੍ਹਾਂ ਨੇ ਲੱਖਾਂ ਹੀ ਪ੍ਰਾਣੀਆਂ ਨੂੰ, ਸਾਧ ਸੰਗਤ ਜੀ, ਆ ਅੰਮ੍ਰਿਤ ਬਾਣੀ ਦੇ ਅਮੋਘ ਬਾਣ ਮਾਰ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੋੜਿਆ, ਖੰਡੇ ਬਾਟੇ ਦੀ ਪੌਲ ਛਕਾ ਕੇ ਜਦੋਂ ਬਚਨ ਆਰੰਭ ਕਰਿਆ ਕਰਦੇ ਸੀ ਨਾ, ਤਾਂ ਆਖਿਆ ਕਰਦੇ ਸੀ ਗੁਰੂਆਂ ਦੇ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇੱਕ ਦਫਾ ਦਿੱਲੀ ਨਾ ਰਾਸ਼ਟਰਪਤੀ ਭਵਨ ਦੇ ਵਿੱਚ ਮਹਾਰਾਜ ਦੇ ਚਰਨ ਪਵਾਏ ਗਏ ਸਾਧ ਸੰਗਤ ਜੀ। ਤੇ ਉਸ ਵੇਲੇ ਜੋ ਰਾਸ਼ਟਰਪਤੀ ਸੀ ਡਾਕਟਰ ਰਜਿੰਦਰ ਪ੍ਰਸਾਦ, ਬੇਨਤੀ ਕੀਤੀ ਬਾਬਾ ਜੀ ਦੇ ਚਰਨਾਂ ਵਿੱਚ ਕਲੇਰਾਂ ਆ ਕੇ, ਨਾਨਕਸਰ ਬਾਬਾ ਈਸ਼ਰ ਸਿੰਘ ਮਹਾਰਾਜ ਕਿਰਪਾ ਕਰੋ, ਆਪ ਵੀ ਉੱਥੇ ਆ ਕੇ ਦਰਸ਼ਨ ਦਿਓ। ਮੁਖਾਰ ਮੈਂ ਤੋਂ ਅੰਮ੍ਰਿਤ ਬਚਨ ਸਾਧ ਕੀ ਬਾਣੀ, ਜੋ ਜੋ ਜਪੈ ਤਿਸ ਕੀ ਗਤ ਹੋਵੇ, ਹਰ ਹਰ ਨਾਮ ਨਿਤ ਰਸਨ ਬਖਾਣੀ। ਸਾਧ ਸੰਗਤ ਜੀ, ਮਹਾਂਪੁਰਖੋ ਆਪ ਵੀ ਕਿਰਪਾ ਕਰੋ। ਸਾਧ ਸੰਗਤ ਜੀ, ਤੇ ਉਸ ਵੇਲੇ ਬਾਬਾ ਜੀ ਦੇ ਮਹਾਨ ਦਰ ਘਰ ਦੇ ਕੀਰਤਨੀਏ ਬਾਬਾ ਕੇਤ ਸਿੰਘ ਜੀ ਉਸਤਾਦ ਜੀ, ਉਹਨਾਂ ਨੇ ਪਹਿਲਾਂ ਜਾ ਕੇ ਅੱਗੇ ਕੀਰਤਨ ਕੀਤਾ। ਤੇ ਜਦੋਂ ਗਏ ਨਾ, ਉਹਨਾਂ ਨੇ ਪ੍ਰਵਚਨ ਆਰੰਭ ਕੀਤੇ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਨੇ। ਤੇ ਉੱਥੇ ਰਾਸ਼ਟਰਪਤੀ ਭਵਨ ਵਿੱਚ ਸਾਰੀਆਂ ਜਿਹੜੀਆਂ ਸਰਮੌਰ ਹਸਤੀਆਂ ਬੈਠੀਆਂ ਨੇ, ਬਚਨ ਆਰੰਭ ਕੀਤੇ। ਆਰੰਭਤਾ ਦੇ ਵਿੱਚ ਕੀ ਬੋਲਿਆ, ਕਹਿੰਦੇ ਭਾਈ ਗੁਰੂਆਂ ਦੇ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਤੁਸੀਂ ਬੈਠੇ। ਤੇ ਡਾਕਟਰ ਰਜਿੰਦਰ ਪ੍ਰਸਾਦ ਬਹੁਤ ਐਜੂਕੇਟਡ ਸੀ, ਕਿਉਂਕਿ ਹਿੰਦੁਸਤਾਨ ਦੇ ਉਹ ਰਾਜੇ ਸੀ, ਉਹ ਰਾਸ਼ਟਰਪਤੀ ਸੀ। ਮਨ ਵਿੱਚ ਸ਼ੰਕਾ ਆ ਗਿਆ, ਸਮਾਪਤੀ ਹੋਈ। ਤੇ ਹੁਣ ਮਹਾਂਪੁਰਖ ਜਾਣਦੇ ਹੀ ਨੇ, ਬਾਬਾ ਈਸ਼ਰ ਸਿੰਘ ਜੀ ਜਾਣਦੇ ਹੀ ਨੇ ਵੀ ਇਹ ਕੋਈ ਮੰਨਦੇ। ਕਹਿੰਦੇ ਮਹਾਂਪੁਰਖੋ ਬੇਨਤੀ ਹੈ, ਕਹਿੰਦੇ ਦੱਸੋ। ਕਹਿੰਦੇ ਮਹਾਰਾਜ ਵੀ ਸਾਰੀ ਕਹਿੰਦੇ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਾਂ ਜੁਗੋ ਜੁਗੋ ਟਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਮਹਾਰਾਜ ਤੁਸੀਂ ਗੁਰੂਆਂ ਦੇ ਗੁਰੂ ਕਿਉਂ ਆਖਿਆ? ਤੇ ਮਨ ਦੇ ਵਿੱਚ ਕਹਿੰਦੇ ਭਾਈ ਰਾਸ਼ਟਰਪਤੀ ਨੂੰ ਕਹਿੰਦੇ ਨੇ, ਕਹਿੰਦੇ ਆਪਣੀ ਜ਼ੁਬਾਨ ਨਾਲ ਅਸੀਂ ਬੋਲ ਕੇ ਦਸੀਏ ਜਾਂ ਪ੍ਰੈਕਟੀਕਲ? ਕਹਿੰਦੇ ਮਹਾਰਾਜ ਮੈਨੂੰ ਸਮਝ ਲੱਗ ਜਾਵੇ, ਜਿਵੇਂ ਮਰਜ਼ੀ ਪੱਲੇ ਪਾ ਦੋ। ਕਹਿੰਦੇ ਚਲੋ ਸੁਰਤੀ ਨਾਲ ਆਪਾਂ ਚੱਲਦੇ ਆਂ ਸਾਧ ਸੰਗਤ ਜੀ, ਸਾਰੇ ਮਜ਼ਹਬ ਧਰਮ ਸਤਿਕਾਰਯੋਗ ਨੇ, ਨਮਸਕਾਰ ਆ ਸਭ ਨੂੰ। ਕਹਿੰਦੇ ਚਲੋ ਆਪਾਂ ਚੱਲਦੇ ਆਂ ਮੰਦਿਰ ਦੇ ਵਿੱਚ, ਸੁਰਤੀ ਨਾਲ ਗਏ। ਕਹਿੰਦੇ ਉੱਥੇ ਇਸਲਾਮ ਵਾਲਾ ਵੀ ਗਿਆ ਮੰਦਿਰ ਵਿੱਚ,
ਹਿੰਦੂ ਵੀਰ ਗਿਆ, ਸਿੱਖ ਵੀਰ ਗਿਆ। ਕਹਿੰਦੇ ਹਿੰਦੂ ਵੀਰ ਦੇ ਮਨ ਵਿੱਚ ਆ, ਮੇਰੇ ਜਦੋਂ ਮੈਂ ਮੰਦਿਰ ਵਿੱਚ ਜਾਵਾਂ ਨਾ, ਮੇਰੇ ਇਸ ਦੀ ਆਵਾਜ਼ ਕੰਨਾਂ ਵਿੱਚ ਪਵੇ, ਰਾਮ ਰਾਮ ਦੀ ਆਵਾਜ਼ ਕੰਨ ਵਿੱਚ ਪਵੇ। ਜਦੋਂ ਗਿਆ ਤੇ ਉਹਦੇ ਕੰਨ ਵਿੱਚ ਰਾਮ ਨਾਮ ਦੀ ਆਵਾਜ਼ ਪਈ, ਹਰੇ ਕ੍ਰਿਸ਼ਨ ਆਵਾਜ਼ ਪਈ, ਬੜਾ ਖੁਸ਼ ਹੋਇਆ, ਪ੍ਰਸੰਨ ਹੋਇਆ। ਇਸਲਾਮ ਵਾਲਾ ਵੀ ਗਿਆ, ਉਹਦੇ ਮਨ ਵਿੱਚ ਆ ਵੀ ਮੈਂ ਆਪਣੇ ਧਰਮ ਦੇ ਵਿੱਚ ਆ, ਵੀ ਮੇਰੇ ਕੰਨ ਵਿੱਚ ਅੱਲਾਹ ਤਾਲਾ ਦੀ ਆਵਾਜ਼, ਅੱਲਾਹ ਤਾਲਾ ਦਾ ਨਾਮ ਮੇਰੇ ਕੰਨ ਵਿੱਚ ਪਵੇ। ਪਰ ਉਹਦੇ ਪਿਆ ਨਹੀਂ, ਉੱਥੇ ਜਾ ਕੇ ਕੰਨ ਵਿੱਚ ਉਹਨੇ ਸੁਣਿਆ ਨਹੀਂ ਅੱਲਾਹ ਦਾ ਨਾਮ, ਤੇ ਉਹ ਨਿਰਾਸ਼ ਹੋ ਕੇ ਆ ਗਿਆ। ਸਿੱਖ ਦੇ ਮਨ ਵਿੱਚ ਵੀ ਆ ਵਾਹਿਗੁਰੂ ਦਾ ਨਾਮ, ਪਰਮੇਸ਼ਰ ਦਾ ਨਾਮ ਮੇਰੇ ਕੰਨ ਵਿੱਚ, ਉਹਨੂੰ ਵੀ ਨਾ ਸੁਣਿਆ ਉਹ ਵੀ। ਕਹਿੰਦੇ ਹੁਣ ਚਲੋ ਚੱਲਦੇ ਆ ਆਪਾਂ ਮਸਜਿਦ ਮਸੀਤ ਚੱਲਦੇ ਆ। ਉੱਥੇ ਗਏ, ਹਿੰਦੂ ਵੀ ਗਿਆ, ਇਸਲਾਮ ਵਾਲਾ ਵੀ ਗਿਆ, ਸਿੱਖ ਵੀ ਗਿਆ। ਕਹਿੰਦੇ ਇਸਲਾਮ ਵਾਲਾ ਤਾਂ ਖੁਸ਼ ਹੋਇਆ ਕਿਉਂਕਿ ਅੱਲਾਹ ਤਾਲਾ ਖੁਦਾ ਦੀ ਆਵਾਜ਼ ਉਹਦੇ ਕੰਨ ਵਿੱਚ ਪਈ, ਖੁਦਾ ਦਾ ਨਾਮ ਸੁਣਿਆ, ਬੜਾ ਖੁਸ਼ ਹੋਇਆ। ਜਿਹੜਾ ਹਿੰਦੂ ਵੀਰ ਆ ਉਹਦੇ ਮਨ ਵਿੱਚ ਆ ਰਾਮ ਦੀ ਆਵਾਜ਼, ਹਰੇ ਕ੍ਰਿਸ਼ਨ, ਉਹਨੇ ਸੁਣਿਆ ਨਹੀਂ, ਉੱਥੋਂ ਨਿਰਾਸ਼ ਹੋਇਆ। ਸਿੱਖ ਦੇ ਮਨ ਵਿੱਚ ਵਾਹਿਗੁਰੂ ਦੀ ਆਵਾਜ਼ ਨਹੀਂ ਸੁਣੀ ਉੱਥੋਂ। ਕਹਿੰਦੇ ਚਲੋ ਰਾਸ਼ਟਰਪਤੀ ਸਾਧ ਸੰਗਤ ਡਾਕਟਰ ਰਜਿੰਦਰ ਪ੍ਰਸਾਦ ਨੂੰ, ਡਾਕਟਰ ਸਾਹਿਬ ਹੁਣ ਆਪਾਂ ਚੱਲਦੇ ਆ ਗੁਰੂਆਂ ਦੇ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ। ਸਾਰੇ ਆਏ ਚੱਲ ਕੇ ਉੱਥੇ। ਸਿੱਖ ਦੇ ਮਨ 'ਚ ਮੇਰੇ ਕੰਨਾਂ ਵਿੱਚ ਵਾਹਿਗੁਰੂ ਦੀ ਆਵਾਜ਼ ਪਵੇ। ਕਹਿੰਦੇ ਮਹਾਰਾਜ ਜੀ, ਸਾਧ ਸੰਗਤ ਜੀ, ਵਾਹਿਗੁਰੂ ਤੇਰੀ ਸਭ ਰਚਨਾ, ਵਾਹਿਗੁਰੂ ਵਾਹਿਗੁਰੂ ਆਵਾਜ਼ ਕੰਨ ਵਿੱਚ ਪਈ। ਸਿੱਖ ਖੁਸ਼। ਹਿੰਦੂ ਆਇਆ, ਉਹਦੇ ਮਨ ਵਿੱਚ ਰਾਮ ਰਾਮ ਕ੍ਰਿਸ਼ਨ ਦੀ ਕੋਈ ਬੋਲੇ ਰਾਮ ਰਾਮ। ਸਾਧ ਸੰਗਤ ਜੀ, ਇਸਲਾਮ ਵਾਲਾ ਆਇਆ ਵੀ ਮੇਰੇ ਧਰਮ ਦੀ ਕੋਈ ਗੱਲ ਮੇਰੇ ਇਸ ਘਰ ਵਿੱਚ ਆ ਕੇ ਕੰਨ ਵਿੱਚ ਪਵੇ, ਖੁਦਾ ਦੀ ਆਵਾਜ਼ ਕੰਨ ਵਿੱਚ ਪਵੇ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆ, ਕੋਈ ਅਲਾਏ। ਕਹਿੰਦੇ ਇਸ ਦਰ ਦੇ ਉੱਤੇ ਆ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਉਹ ਹਿੰਦੂ ਵੀ ਖੁਸ਼ ਹੋਇਆ, ਇਸਲਾਮ ਵਾਲਾ ਵੀ, ਸਿੱਖ ਤਾਂ ਹੈਗਾ ਹੀ ਹੈਗਾ। ਕਹਿੰਦੇ ਕਿਉਂ ਦੱਸੋ ਡਾਕਟਰ ਸਾਹਿਬ, ਜਿਸ ਗੁਰੂ ਦੇ ਚਰਨਾਂ ਵਿੱਚ ਆ ਕੇ ਸਾਰੀ ਲੁਕਾਈ ਖੁਸ਼ ਹੋਵੇ। ਕਹਿੰਦੇ ਹੋਏ ਨਾ ਉਹ ਗੁਰੂਆਂ ਦੇ ਗੁਰੂ, ਆਖੋ ਸਤਿਨਾਮ। ਕਹਿੰਦੇ ਹੋਏ ਉਹ ਗੁਰੂਆਂ ਦੇ ਗੁਰੂ। ਸਾਧ ਸੰਗਤ ਜੀ, ਇਹ ਤਾਂ ਸੱਚ ਹੈ, ਅੰਮ੍ਰਿਤ ਬਾਣੀ, ਇਹ ਇਕੱਲੇ ਸਿੱਖ ਦੀ ਗੱਲ ਨਹੀਂ। ਸਗਲੀ ਚਿੰਤ ਮਿਟਾਈ ਤੁਰ ਕੀ ਬਾਣੀ ਨੇ, 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 ਸਗਲੀ ਚਿੰਤ ਮਿਟਾਈ ਤੁਰ ਕੀ ਬਾਣੀ ਨੇ। ਉਹ ਪਿਆਰਿਓ, ਸਗਲੀ ਚਿੰਤ ਮਿਟਾਈ ਤੁਰ ਕੀ ਬਾਣੀ ਨੇ, ਹਾਂ ਸਗਲੀ ਚਿੰਤ ਮਿਟਾਈ ਤੁਰ ਕੀ ਬਾਣੀ ਨੇ, ਸਗਲੀ ਚਿੰਤ ਮਿਟਾਈ ਤੁਰ ਕੀ ਬਾਣੀ ਨੇ, ਸਗਲੀ ਚਿੰਤ ਮਿਟਾਈ ਤੁਰ ਕੀ ਬਾਣੀ ਨੇ। ਸਗਲੀ ਚਿੰਤ ਮਿਟਾਈ ਤੁਰ ਕੀ ਬਾਣੀ ਨੇ, ਇਹ ਤੁਰ ਕੀ ਬਾਣੀ ਆਈ, ਸਗਲੀ ਚਿੰਤ ਮਿਟਾਈ। ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਬਖਾਨਾ ਹੈ। ਇਹ ਤਾਂ ਸਾਰੀ ਕਾਇਨਾਤ। ਸਾਧ ਸੰਗਤ ਜੀ, ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜਦੋਂ ਜਾਣਾ ਮਹਾਰਾਜ ਦੇ ਚਰਨਾਂ ਵਿੱਚ ਦਰਬਾਰ ਸਾਹਿਬ, ਦਰਵਾਜ਼ੇ ਤੋਂ ਹੀ ਇੰਨਾ ਭੈ ਆਵੇ। ਮੈਂ ਚੱਲਿਆ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ। ਇਹ ਤਾਂ ਕਰੋੜਾਂ ਖੰਡਾਂ ਬ੍ਰਹਿਮੰਡਾਂ ਦੇ ਮਾਲਕ। ਸਾਧ ਸੰਗਤ ਜੀ, ਜੇ ਉੱਚੀ ਆਵਾਜ਼ ਵਿੱਚ ਬੋਲੇ ਸਾਹ ਵੀ ਤਾਂ ਵੀ ਤੇਰੇ ਮਨ ਵਿੱਚ ਭੈ ਹੋਵੇ। ਸਾਧ ਸੰਗਤ ਜੀ, ਬਾਬਾ ਜੀ ਰਾੜਾ ਸਾਹਿਬ, ਸਾਧ ਸੰਗਤ ਜੀ, ਰਾਜਗੜ੍ਹ ਵਾਲੇ ਮਹਾਂਪੁਰਖ
ਕਿੱਡਾ ਅਦਬ ਸਤਿਕਾਰ ਗੁਰਬਾਣੀ ਦਾ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਸਾਧ ਸੰਗਤ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸਤਿਕਾਰ ਨੂੰ ਤੱਕਣ ਲਈ ਸੰਗਤਾਂ ਆਉਂਦੀਆਂ ਨੇ, ਸਿਜਦਾ ਕਰਨ ਦੇ ਲਈ ਆਉਂਦੀਆਂ ਨੇ। ਮਹਾਰਾਜ ਦਾ ਤਖਤ ਐਸਾ ਸੁਭਾਏਮਾਨ, ਐਸਾ ਸਾਧ ਸੰਗਤ ਜੀ ਜਿੱਥੇ ਵੀ ਇਹ ਤਾਂ ਸ਼ਹਿਨਸ਼ਾਹ ਦੇ ਸ਼ਹਿਨਸ਼ਾਹ ਦਾ ਤਖਤ ਆ, ਪਤਾ ਲੱਗੇ ਵੀ ਮਹਾਰਾਜ ਜੀ ਵਿਰਾਜੇ ਹੋਏ ਨੇ। ਆਖੋ ਸਤਨਾਮ, ਪਤਾ ਲੱਗੇ। ਤੇ ਬਾਬਾ ਆਨੰਦ ਸਿੰਘ ਮਹਾਰਾਜ ਜੀ ਸਾਧ ਸੰਗਤ ਜੀ, ਭਾਈ ਜਦੋਂ ਜਾਵੇਂ ਸਾਧ ਆ ਮੋਬਾਈਲ ਹੈ ਨਾ ਸਾਡੇ ਪਾਸ ਹੱਥਾਂ ਤੇ, ਸਾਡੇ ਹਰ ਤਰ੍ਹਾਂ ਦੇ ਹੱਥ ਇਹਨਾਂ ਨੂੰ ਲੱਗਦੇ ਆ। ਸਾਧ ਸੰਗਤ ਜੀ ਇੱਥੋਂ ਤੱਕ ਤੇਰੇ ਆਪਣੇ ਵਸਤਰ ਵੀ ਮਹਾਰਾਜ ਜੀ ਦੇ ਜਿਹੜੇ ਅੰਗਾਂ ਨੂੰ ਲੱਗਦੇ ਨੇ ਨਾ, ਰੁਮਾਲਾ ਸਾਹਿਬ ਉਹਦੇ ਨੇੜੇ ਨਹੀਂ ਜਾਣੇ ਚਾਹੀਦੇ। ਏਡਾ ਵੀ ਮਹਾਰਾਜ ਜੀ ਦੇ ਵਸਤਰ ਨੇ ਇਹ। ਤੇ ਜਿਹੜਾ ਮੋਬਾਈਲ ਝੂਠੇ ਮਿੱਠੇ ਹਰ ਤਰ੍ਹਾਂ ਦੇ ਸਾਡੇ ਹੱਥ ਲੱਗਦੇ ਨੇ। ਇਹ ਨਹੀਂ ਵੀ ਉਹਨੂੰ ਲਾ ਲਿਆ ਮਹਾਰਾਜ ਜੀ ਦੇ ਪਾਸ ਫੇਰ ਰੁਮਾਲਾ ਸਾਹਿਬ ਉਹੀ ਸਤਿਗੁਰਾਂ ਦੇ ਅੰਗਾਂ ਨੂੰ, ਉਹੀ ਚੌਰ ਸਾਹਿਬ, ਨਹੀਂ ਨਹੀਂ। ਸਤਿਕਾਰ ਜਿੰਨਾ ਕਰ ਲੇਗਾ ਸਾਧ ਸਾਂਝੀਆਂ, ਓਡਾ ਮਹਾਰਾਜ ਦੇ ਦਰ ਤੋਂ ਜਿਹੜੀਆਂ ਬਖਸ਼ਿਸ਼ਾਂ ਨੇ। ਜਿੱਡਾ ਭੈ ਜਿਨ ਭੈ ਅਦਬ ਨਾ ਬਾਣੀ ਧਾਰਾ, ਸੋ ਜਾਣੋ ਸਿੱਖ ਨਾਹੀਂ ਹਮਾਰਾ। ਤੇ ਅਲਮਾਰੀਆਂ ਚੋਂ ਕਢਾ ਕੇ ਕਹਿੰਦੇ ਨਹੀਂ ਨਹੀਂ ਮਹਾਰਾਜ ਜੀ ਆਪਾਂ ਵਿਰਾਜਦੇ ਆ, ਸੌਨੇ ਆ ਮੰਜੇ ਉੱਤੇ, ਘੱਟੋ ਘੱਟ 6 ਫੁੱਟ ਦਾ ਪਲੰਗ ਮਹਾਰਾਜ ਜੀ ਦੇ ਲਈ। ਮਹਾਰਾਜ ਜੀ ਨੂੰ ਐਡੀ ਵੇਦਨ ਨਾਲ, ਐਡੀ ਭਿੱਜ ਕੇ ਬੇਨਤੀ, ਸਾਹਿਬ ਕਿਰਪਾ ਕੀਤੀ, ਤੁਸੀਂ ਦਰਸ਼ਨ ਦਿੱਤੇ, ਸਾਰੇ ਦਿਨ ਕਿਰਤਾਰਥ ਕੀਤਾ ਮਹਾਰਾਜ, ਹੁਣ ਤੁਸੀਂ ਆਰਾਮ ਕਰੋ। ਸੱਚੇ ਪਾਤਸ਼ਾਹ ਸੰਗਤਾਂ ਨੂੰ ਪ੍ਰਸੰਨਤਾ ਦਿਓ, ਸਵੇਰ ਨੂੰ ਫੇਰ ਖੁੱਲੇ ਦਰਸ਼ਨ, ਸੇਵਾ ਦੇ ਐਵੇਂ ਸੁਭਾਗ ਸਮੇਂ ਬਖਸ਼ਿਸ਼ ਕਰਿਓ। ਸਾਧ ਸੰਗਤ ਜੀ ਤੇ ਬਾਬਾ ਜੀ ਸ੍ਰੀ ਗੁਰੂ ਬਾਬਾ ਜੀ ਸਿਆੜ ਸਾਹਿਬ ਵਾਲੇ ਅਮਰੀਕਾ ਦੇ ਵਿੱਚ 1930 ਦਾ ਉੱਥੇ ਗੁਰਦੁਆਰਾ ਸਾਹਿਬ ਬਣਿਆ ਸੀ। ਕੁਰਸੀਆਂ ਲੱਗੀਆਂ ਹੋਈਆਂ ਸੀ, ਬਾਹਰ ਦੇ ਆਪਣੇ ਆਪ ਨੂੰ ਮੰਨਦੇ ਨੇ ਬਹੁਤ। ਅਸੀਂ ਅੱਗੇ ਦਰਬਾਰ 'ਚ ਵੀ ਕੁਰਸੀਆਂ ਲੱਗੀਆਂ ਹੋਈਆਂ ਸੀ। ਜਦੋਂ ਗਏ ਮਹਾਰਾਜ ਦਾ ਆਸਣ ਜਿਹੜਾ ਤਖਤ ਸੀ ਭਾਵੇਂ ਕਾਫੀ ਉੱਚਾ ਸੀ, ਪਰ ਦਰਬਾਰ ਵਿੱਚ ਵੀ ਕੁਰਸੀਆਂ ਤੇ ਸੰਗਤ ਬੈਠੀ। ਜਦੋਂ ਕਿਉਂਕਿ ਮਹਾਂਪੁਰਖ ਆਉਂਦੇ ਹੀ ਮਰਿਆਦਾ ਪੁਰਸ਼ੋਤਮ ਹੁੰਦੇ ਨੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਨਾਲ ਹੀ ਜੋੜਦੇ ਨੇ। ਅੰਮ੍ਰਿਤ ਬਾਣੀ ਦਾ ਸਤਿਕਾਰ ਹੀ ਸਾਧ ਸੰਗਤ ਜੀ ਉਪਦੇਸ਼ ਵੀ ਬਾਣੀ ਦੇ ਦੁਆਰਾ ਸੰਸਾਰ ਨੂੰ ਕਰਦੇ ਨੇ, ਕਿਉਂਕਿ ਗੁਰੂ ਸਾਹਿਬਾਂ ਨੇ ਵੀ ਉਪਦੇਸ਼ ਬਾਣੀ, ਤੇ ਅੱਜ ਵੀ ਗੁਰੂ ਸਾਹਿਬ ਆਪ ਬਾਣੀ ਦਾ ਹੀ ਉਪਦੇਸ਼ ਸੰਸਾਰ ਨੂੰ। ਤੇ ਬਾਬਾ ਜੀ ਜਦੋਂ ਗਏ ਕਿਸੇ ਨੂੰ ਨਹੀਂ ਆਖਿਆ ਸਾਧ ਸੰਗਤ ਜੀ ਵੀ ਆ ਤੁਸੀਂ ਕੁਰਸੀਆਂ ਤੇ ਬੈਠੇ, ਤੇ ਬਾਬਾ ਜੀ ਐ ਜੋ ਮਰਿਆਦਾ ਨਾਨਕਸਰ ਦੀ ਐ ਮਹਾਰਾਜ ਦੇ ਸਾਹਮਣੇ ਸਨਮੁਖ ਸੋਦਰ ਦਾ ਕੀਰਤਨ ਸ਼ੁਰੂ ਕਰ ਦਿੱਤਾ। ਸੋਦਰ ਦੇ ਆ ਜਿਹੜੇ ਸਾਧ ਸੰਗਤ ਜੀ ਜਾਪ ਹੋਏ, ਕੀਰਤਨ ਹੋਇਆ, ਜਿਹੜੇ ਮਹਾਂਪੁਰਖਾਂ ਦੇ ਦਰਸ਼ਨ ਕਰਕੇ ਹੀ ਸਾਧ ਸੰਗਤ ਜੀ ਆ ਜਿਹੜੇ ਖੋਟੇ ਕਰਮ ਉਹ ਨੱਠਣੇ ਸ਼ੁਰੂ ਹੋ ਜਾਂਦੇ ਆ ਕਮਾਈ ਵਾਲੇ। ਤੇ ਹੌਲੀ ਹੌਲੀ ਉਹ ਕੁਰਸੀਆਂ ਦਰਬਾਰ ਦੇ ਵਿੱਚੋਂ ਬਾਹਰ ਕੱਢਣ ਲੱਗ ਪਿਆ। ਦੂਜਾ ਦਿਨ ਹੋ ਗਿਆ, ਇਸੇ ਕੋਈ ਬਚਨ ਨਹੀਂ ਆਖਿਆ ਮੁਖਾਰਬਿੰਦ ਤੋਂ, ਉਵੇਂ ਹੀ ਫਿਰ ਨੀਚੇ ਮਹਾਰਾਜ ਦੇ ਸਨਮੁਖ ਆਸਣ ਲਾ ਕੇ। ਤੇ ਬਾਬਾ ਜੀ ਨੇ ਫਿਰ ਇੱਕ ਬਚਨ ਆਖਿਆ, ਕਹਿੰਦੇ ਭਾਈ ਇਹ ਗੁਰੂ ਨਾਨਕ ਦਾ ਦਰਬਾਰ ਹੈ। ਗੁਰੂ ਨਾਨਕ ਦੇ ਦਰਬਾਰ ਦੇ ਵਿੱਚ ਸੰਗਤ ਸੋਭਾ ਪਾਉਂਦੀ ਆ ਸਫ ਦੇ ਉੱਤੇ ਬੈਠ ਕੇ। ਸਾਧ ਸੰਗਤ ਜਿਹੜੀਆਂ ਕੁਰਸੀਆਂ ਨੇ ਉਹ ਰਾਜ ਦਰਬਾਰ ਵਿੱਚ ਸੋਭਦੀਆਂ ਨੇ। ਸਾਧ ਸੰਗਤ ਐਸੀ ਕਿਰਪਾ ਵਰਤੀ, ਸਾਰਿਆਂ ਨੇ ਕੁਰਸੀਆਂ ਚੱਕ ਲੀਆਂ। ਅੱਜ ਵੀ ਉਹ ਅਮਰੀਕਾ ਦੇ ਵਿੱਚ ਗੁਰੂ ਘਰ ਜਿੱਥੇ ਏਡਾ ਮਹਾਂਪੁਰਖ ਆਉਂਦੇ ਹੀ ਸਤਿਕਾਰ ਸਿਖਾਉਣ ਵਾਸਤੇ ਨੇ ਸੰਸਾਰ ਨੂੰ। ਰਹੋ ਵਿਚਾਰ ਸਮਾਪਤੀ ਦੇ ਨੇੜੇ ਨੂੰ ਜਾਵਾਂ। ਮਹਾਰਾਜ ਜੀ ਹਰ ਰੋਜ਼ ਅੰਮ੍ਰਿਤ ਬਾਣੀ ਦਾ ਪ੍ਰਕਾਸ਼ ਹੁੰਦਾ। ਹਰਿਮੰਦਰ ਸਾਹਿਬ ਵਿਖੇ ਮਰਿਆਦਾ ਬੰਨ ਦਿੱਤੀ ਜੋ ਅੱਜ ਤੱਕ ਕਾਇਮ। ਅੰਮ੍ਰਿਤ ਵੇਲੇ ਕਿਵਾੜ ਖੁੱਲ੍ਹਦੇ ਨੇ, ਸਾਧ ਸੰਗਤ ਜੀ ਡਿਉੜੀ ਤੇ ਪ੍ਰਕਾਸ਼ ਹੁੰਦਾ, ਕੀਰਤਨ ਆਰੰਭ ਹੋ ਜਾਂਦਾ, ਸਾਰਾ ਦਿਨ ਦੀਵਾਨ ਚੱਲਦਾ। ਵੱਖ-ਵੱਖ ਨਿਰਧਾਰਤ ਰਾਗਾਂ ਸਮੇਂ ਦੇ ਜਿਹੜੇ ਸਮੇਂ ਦੇ ਅਨੁਸਾਰ ਉਹ ਸੰਗਤਾਂ ਆਉਂਦੀਆਂ ਨੇ, ਦਰਸ਼ਨ ਕਰਦੀਆਂ। ਸ਼ਾਮਾਂ ਨੂੰ ਮਹਾਰਾਜ ਜੀ ਨੂੰ ਸੁਖ ਆਸਣ ਤੇ ਪੰਚਮ ਪਾਤਸ਼ਾਹ ਮਹਾਰਾਜ ਤੇ ਜਿਹੜੀ ਇਹ ਬੀੜ ਮਹਾਰਾਜ ਜੀ ਨੇ ਸੰਪਾਦਨ ਕਰਾਈ ਸੀ ਨਾ, 6ਵੇਂ ਗੁਰੂ ਨਾਨਕ 7ਵੇਂ 8ਵੇਂ 9ਵੇਂ 10ਵੇਂ ਮਹਾਰਾਜ ਜੀ ਜੋਤ ਹੁਣ 10ਵੇਂ ਗੁਰੂ ਨਾਨਕ ਜਗਾ ਰਹੇ ਨੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਤੇ ਇਹ ਬੀੜ ਦੇ ਉਤਾਰੇ ਵੀ ਹੋਏ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜੀ ਆਦ ਬੀੜ ਸੀ ਉਹ ਧੀਰ ਮੱਲੀਆਂ ਦੇ ਪਾਸ ਚਲੇ ਗਈ ਕਰਤਾਰਪੁਰ ਸਾਹਿਬ। ਸਿੱਖਾਂ ਨੇ ਅਨੰਦਪੁਰ ਸਾਹਿਬ ਮਹਾਰਾਜ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਿਹੜੀ ਬਾਣੀ ਆ ਜਿਹਦੀ ਜਿੱਡੀ ਸਮਝ ਆ ਉਹ ਆਪਣੀ ਸਮਝ ਦੇ ਮੁਤਲਕ ਇਹਦੇ ਅਰਥ ਕੱਢ ਲੈਂਦਾ।
महाराज जिवें आपां समुंदर कह दईए वो समुंदर विच जिड्डा कोई गोता लाउंदा बस उत्थे क तक दी गल करदा। महाराज ये तां निरंकार दा स्वरूप है बाणी। महाराज ये निरंकार दे देश विचों आई है, किरपा करके इहदी संथया किरपा करके आप जी करवाउणी करो। कहंदे हले समा नहीं, समा आऊगा। जंगां युद्धां दा समा लंघ गया। महाराज जी चले जाते ने तलवंडी साबों की कमर कसा खोल दिता गुरु गोबिंद सिंह महाराज जी ने। युद्धां 14.5 जंग लड़े महाराज जी ने, किसी एक भी जंग दे विच महाराज जी चढ़ाई करके नहीं गए, जिहड़ा कोई आया उहदा सिर्फ जवाब दिता। ते महाराज जी हुण आंदे ने, कहंदे जाओ साध संगत जी। उधर बाबा दीप सिंह पौविंड सी, उन्होंने संदेश दे दिता, कहंदे उन्होंने बुलाओ। आनंदपुर साहब तो आप भेज दिता सी उन्होंने, उस समय बुलाया। इधरों उस समय जो इतिहास दसदा 25 सिख भेजे सीगे महाराज जी ने। बठिंडे दमदमा साहब तलवंडी साबों की जो तख्त आ, कहंदे जाओ करतारपुर साहब जिहड़ा जलंधर जिले दे विच आ, उत्थे धीर मलियां दे पास आद बीड़ श्री गुरु ग्रंथ साहिब महाराज जी कहंदे जाओ भाई नंगे पैर उत्थों चल के, कहंदे लैके आओ। हुण वो समा आ गया। आगे जदों आए आख्या भीड़ लैके जानी अमृत बाणी 10वें पातशाह धन गुरु गोबिंद सिंह महाराज जी ने जवाब दे दिता, असी नहीं देनी, कह दो जाके। बोल कबोल भी आख्या। फिर बेनती की महाराज जी ने, साध संगत जो वो हुक्म सुनाया, कहते नहीं जे वो अपने आप को 10वें गुरु नानक 10वीं जोत आप कहाउंदे ने, फिर वो आप उचार लैण। आगे वापस दस दिता महाराज जी। सिखा ने बेनती की सच्चे पातशाह भाई की डरोली उत्थे एक बीड़ पई आ, शायद भाई नंद चंद ਉਹਦਾ ਉਤਾਰਾ ਕੀਤਾ ਸੀ ਉਹਨਾਂ ਨੇ, ਭਾਈ ਨੰਦ ਚੰਦ, ਤੇ ਉਹਨਾਂ ਦੇ ਪਾਸ ਬੀੜ ਪਈ ਆ। ਮਹਾਰਾਜ ਉਹ ਲੈ ਆਈਏ, ਕਹਿੰਦੇ ਨਹੀਂ ਹੁਣ ਨਹੀਂ ਲੈ ਕੇ ਆਉਣੀ, ਕਹਿੰਦੇ ਸ਼ੰਕਾ ਰਹਿ ਜੂ। ਮਹਾਰਾਜ ਫੇਰ ਹੁਣ ਬਾਣੀ ਦੇ ਅਰਥ ਤੰਬੂ ਲਵਾ ਲਏ। ਸ਼ਹੀਦ ਭਾਈ ਮਨੀ ਸਿੰਘ ਜੀ ਸਾਧ ਸੰਗਤ, ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਤੇ ਕਲਮਾਂ ਕੱਢ ਲੀਆਂ। ਛਿਆਈ ਵੱਡੇ ਪੱਧਰ ਦੇ ਉੱਤੇ ਤੰਬੂ ਲਾ ਲਏ, ਪ੍ਰਬੰਧ ਕਰ ਲਿਆ। ਤੇ ਮਹਾਰਾਜ ਜੀ ਨੇ ਆਸਣ ਲਾ ਲਿਆ ਆਪਣਾ। ਲਿਖਣ ਸਰ ਸਾਹਿਬ ਉੱਥੇ ਸੰਗਤ ਦਰਸ਼ਨ ਕਰਦੀ ਆ ਤਲਵੰਡੀ ਸਾਬੋਂ ਕੀ ਜਾ ਕੇ। ਸਾਧ ਸੰਗਤ ਮਹਾਰਾਜ ਜੀ ਨੇ ਹਰ ਰੋਜ਼ ਸੰਗਤ ਬੈਠਦੀ ਆ, ਆਪਣੇ ਕੰਠ ਤੋਂ ਜਿਹੜੀ ਆ ਸਾਰੀ ਬਾਣੀ ਦੇ ਆਪਾਂ ਦਰਸ਼ਨ ਕਰਦੇ ਆ ਨਾ, ਕੋਈ ਦੇਖ ਕੇ ਨਹੀਂ, ਆਪਣੇ ਕੰਠ ਤੋਂ ਜਵਾਨੀ ਉਚਾਰਨ ਕੀਤੀ। ਤੇ ਲਿਖਾਰੀ ਕੌਣ ਬਣੇ ਹੋਏ ਨੇ? ਭਾਈ ਮਨੀ ਸਿੰਘ ਜੀ ਲਿਖ ਰਹੇ ਨੇ, ਸਹਿ ਲਿਖਾਰੀ ਨਾਲ ਬਾਬਾ ਦੀਪ ਸਿੰਘ ਜੀ ਲਿਖ ਰਹੇ ਨੇ। ਉਹ ਕਲਮਾਂ ਘੜ ਕੇ ਸ਼ਿਆਈ ਤਿਆਰ ਕਰਕੇ ਨਾਲ ਦੇ ਰਹੇ ਨੇ। ਤਕਰੀਬਨ ਜੋ ਇਤਿਹਾਸਕਾਰ ਦੱਸਦੇ ਨੇ 9 ਮਹੀਨੇ ਦਾ ਜਿਹੜਾ ਸਮਾਂ ਲੱਗਿਆ। ਤੇ ਉਹ ਜਿਹੜੀ ਸਾਰੀ ਬਾਣੀ 30 ਰਾਗਾਂ ਵਿੱਚ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਸੰਪਾਦਨ ਕਰੀ ਸੀ। ਤੇ ਮਹਾਰਾਜ ਜੀ ਨੇ ਉਹਦੇ ਵਿੱਚ 31ਵਾਂ ਰਾਗ ਜੈਜਾਵੰਤੀ ਰਾਗ ਜੋ 9ਵੇਂ ਪਾਤਸ਼ਾਹ ਮਹਾਰਾਜ ਜੀ ਨੇ ਉਚਾਰਨ ਕੀਤਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ। ਉਹ ਤੇ 9ਵੇਂ ਪਾਤਸ਼ਾਹ ਮਹਾਰਾਜ ਦੀ ਸਾਰੀ ਬਾਣੀ ਦਰਜ ਕੀਤੀ। ਸਮਾਪਤੀ ਇਤਿਹਾਸ ਜੋ ਦੱਸਦਾ ਵੀ 48 ਸਿੰਘ ਐਸੇ ਸੀ ਜਿਨ੍ਹਾਂ ਨੇ ਹਰ ਰੋਜ਼ ਸਾਰੀ ਬਾਣੀ ਦੇ ਅਰਥ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੁਖਾਰ ਬਿੰਦ ਤੋਂ ਸਰਵਣ ਕੀਤੇ ਸੀਗੇ। ਆਪ ਇੱਕ ਵੀ ਦਿਨ ਦਾ ਨਾਗਾ ਨਹੀਂ ਸੀ, ਇੱਕ ਵੀ ਦਿਨ ਦਾ ਨਾਗਾ ਨਹੀਂ ਸੀ। ਸਾਧ ਸੰਗਤ ਜੀ ਜਦੋਂ ਹੋਈ ਸਮਾਪਤੀ 18-10-20 ਇਹ ਦਮਦਮੀ ਬੀੜ ਜਿਹਦੇ ਆਪਾਂ ਦਰਸ਼ਨ ਕਰਦੇ ਆ, ਮਹਾਰਾਜ ਜੀ ਨੇ ਸਾਰੀ ਬਾਣੀ 1430 ਅੰਗ ਤੇ ਇੱਕ ਵੀ ਅੱਖਰ ਦਾ, ਇੱਕ ਵੀ ਸ਼ਬਦ ਦਾ ਕੋਈ ਭਿੰਨ ਭੇਦ ਨਹੀਂ ਸੀ। ਜਿਹੜੀ ਬਾਣੀ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਸੰਪਾਦਨ ਰਚੀ ਸੀ, 15 ਭਗਤ 11 ਭੱਟ 4 ਗੁਰਸਿੱਖ 5 ਗੁਰੂ ਸਾਹਿਬ ਤੇ 6ਵੇਂ 9ਵੇਂ ਪਾਤਸ਼ਾਹ ਦੀ 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਇੱਕ ਵੀ ਕੋਈ ਲਗਾ ਮਾਤਰ ਦਾ ਸਿਰਫ ਇੱਕ ਥਾਂ ਦੇ ਉੱਤੇ ਇੱਕ ਕੀ ਅੰਤਰ ਹੈ, ਕੋ ਕਬੀਰ ਜਨ ਭੈ ਖਲਾਸੇ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਉੱਥੇ ਜਿਹੜਾ ਲਿਖਿਆ ਸੀ ਉਹ ਖੱਖਾ ਲੱਲੇ ਨੂੰ ਕੰਨਾ,
ਮਹਾਰਾਜ ਜੀ ਨੇ ਆਪਣੇ ਕੋਲੋਂ ਕੁਛ ਨਹੀਂ ਲਾਇਆ, ਉਹ ਖੱਖੇ ਨੂੰ ਕੰਨਾ ਲਾਇਆ, ਕਹੋ ਕਬੀਰ ਜਨ ਭੈ ਖਾਲਸੇ, ਆਪਣੇ ਕੋਲੋਂ ਕੁਛ ਨਹੀਂ। ਸਾਧ ਸੰਗਤ ਜੀ, ਤੇ ਮਹਾਰਾਜ ਜੀ 48 ਸਿੰਘਾਂ ਨੇ ਉਹ ਸੀ ਜਿਨ੍ਹਾਂ ਨੇ ਸਰਵਣ ਕੀਤੀ। ਜਦੋਂ ਹੋਈ ਸਮਾਪਤੀ, ਉਹ ਸਾਰੀ ਸੰਗਤ ਵਿੱਚ ਬੈਠੇ ਨਜ਼ਰ ਨਹੀਂ ਆਉਂਦੇ, ਉਹ ਸਾਰੇ ਬਦੇ ਮੁਕਤ ਹੋ ਗਏ, ਸਮੇਤ ਸਰੀਰ ਸੱਚਖੰਡ ਚਲੇ ਗਏ ਸੀ, ਸਮੇਤ ਸਰੀਰ। ਕਿਉਂ? ਅੰਮ੍ਰਿਤ ਬਾਣੀ ਦੀ ਹਰ ਹਰ ਤੇਰੀ, ਹਰ ਹਰ ਤੇਰੀ, ਇਹ ਅੰਮ੍ਰਿਤ ਬਾਣੀ ਦੀ ਹਰ ਹਰ ਤੇਰੀ, ਹਰ ਹਰ ਤੇਰੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਹਰ ਹਰ ਤੇਰੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਹਰ ਹਰ ਤੇਰੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਹਰ ਹਰ ਤੇਰੀ। ਹਾਂ ਸੁਣ ਸੁਣ ਹੋਵੇ ਪਰਮ ਗਤ ਮੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਸੁਣ ਹੋਵੇ ਪਰਮ ਗਤ ਮੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਪਰਮ ਗਤ ਮੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਉਹ ਸੁਣ ਸੁਣ ਹੋਵੇ ਪਰਮ ਗਤ ਮੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਸੁਣ ਹੋਵੇ ਪਰਮ ਗਤ ਮੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਪਰਮ ਗਤ ਮੇਰੀ, ਸੁਣ ਸੁਣ ਹੋਵੇ 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 ਪਰਮ ਗਤ ਮੇਰੀ, ਇਹ ਅੰਮ੍ਰਿਤ ਬਾਣੀ ਦੀ ਹਰ ਹਰ ਤੇਰੀ, ਹਰ ਹਰ ਤੇਰੀ, ਇਹ ਅੰਮ੍ਰਿਤ ਬਾਣੀ ਦੀ ਹਰ ਹਰ ਤੇਰੀ, ਹਰ ਹਰ ਤੇਰੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਹਰ ਹਰ ਤੇਰੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਹਰ ਹਰ ਤੇਰੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਹਰ ਹਰ ਤੇਰੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਸਾਧ ਸੰਗਤ ਜੀ, ਉਹ 48 ਸਿੰਘ ਵਦੇ ਮੁਕਤ ਹੋ ਗਏ। ਮਹਾਰਾਜ ਜੀ ਦੇ ਕੋਲ ਬੈਠਦੇ ਸੀ ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਜੀ। ਇਤਿਹਾਸ ਦੱਸਦਾ, ਕਹਿੰਦੇ ਉਹ ਵੀ ਉਹਨਾਂ ਚੌਂਕੜਿਆਂ ਸਮੇਤ ਜ਼ਮੀਨ ਤੋਂ ਉੱਠਣ ਲੱਗੇ ਸੀ। ਮਹਾਰਾਜ ਜੀ ਆਂਦੇ ਨੇ ਵੀ ਤੁਸੀਂ, ਕਹਿੰਦੇ ਮਹਾਰਾਜ ਆਪ ਨਿਰੰਕਾਰ ਦਾ ਸਰਗੁਣ ਸਰੂਪ ਹੋ, 10ਵਾਂ ਜਾਮਾ ਧੰਨ ਗੁਰੂ ਨਾਨਕ ਸਾਹਿਬ ਜੀ ਦਾ। ਉਹ ਮਹਾਰਾਜ ਜੀ, ਇਹ ਤੁਹਾਡੇ ਮੁਖਾਰ ਬਿੰਦ ਤੋਂ 1430 ਅੰਗ ਅੰਮ੍ਰਿਤ ਗੁਰਬਾਣੀ ਅਰਥਾਂ ਸਮੇਤ ਸਰਵਣ ਕੀਤੀ ਹੈ। ਮਹਾਰਾਜ ਇਸ ਸਮੇਂ ਨੂੰ ਤਾਂ ਹਰ ਕੋਈ ਚਾਹੁੰਦਾ, ਆਪ ਦੀ ਕਿਰਪਾ ਦਾ ਸਦਕਾ ਅਸੀਂ ਵੀ ਸਰੀਰ ਸਮੇਤ ਸੱਚਖੰਡ ਨੂੰ ਜਾ ਰਹੇ ਹਾਂ। ਮਹਾਰਾਜ ਕਹਿੰਦੇ ਜਿਨ੍ਹਾਂ ਨੇ 48 ਨੇ ਸੁਣੀ ਉਹ ਤਾਂ ਸਾਰੇ ਚਲੇ ਗਏ। ਕਹਿੰਦੇ ਜੇ ਤੁਸੀਂ ਵੀ ਚਲੇ ਗਏ, ਇਹਨਾਂ ਅਰਥਾਂ ਨੂੰ ਅੱਗੇ ਸੰਸਾਰ ਨੂੰ ਕੌਣ ਸਿਖਾਊਗਾ। ਮਹਾਰਾਜ ਜੀ ਨੇ ਫਿਰ 2 ਟਕਸਾਲਾਂ ਤੋਰੀਆਂ ਉਹ। ਸਾਧ ਸੰਗਤ ਜੀ, ਇੱਕ ਤਾਂ ਦਮਦਮੀ ਟਕਸਾਲ ਜਿਹਦੇ ਮੁਖੀ ਥਾਪਿਆ ਬਾਬਾ ਦੀਪ ਸਿੰਘ ਜੀ, ਦੂਜੀ ਟਕਸਾਲ ਸ਼ਹੀਦ ਭਾਈ ਮਨੀ ਸਿੰਘ ਜੀ ਵਾਲੀ, ਜਿਨ੍ਹਾਂ ਨੂੰ ਮੁਖੀ ਥਾਪਿਆ ਹਰਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਦਰਬਾਰ ਸਾਹਿਬ। 2 ਟਕਸਾਲਾਂ ਸਾਧ ਸੰਗਤ ਜੀ ਚਲਦੀ ਫਿਰਦੀ ਯੂਨੀਵਰਸਿਟੀ। ਤੇ ਜਦੋਂ ਸਾਧ ਸੰਗਤ ਜੀ ਸਾਰੀ ਬਾਣੀ ਦੀ ਸੰਪਾਦਨਾ ਕਹਿੰਦੇ ਹੋ ਗਈ, ਮਹਾਰਾਜ ਜੀ ਨੂੰ ਆਖਣ ਲੱਗੇ ਭਾਈ ਮਨੀ ਸਿੰਘ ਜੀ, ਕਹਿੰਦੇ ਮਹਾਰਾਜ ਤੁਸੀਂ ਵੀ ਬਾਣੀ ਬਹੁਤ ਉਚਾਰੀ ਆ, 52 ਕਵੀ ਵੀ ਰੱਖੇ ਹੋਏ ਸੀਗੇ। ਮਹਾਰਾਜ ਜੋ ਆਪ ਜੀ ਨੂੰ ਭਾਸ਼ਾਵਾਂ ਦਾ ਜੋ ਗਿਆਨ, ਮਹਾਰਾਜ ਤੁਹਾਡੀ ਬਾਣੀ ਤੁਸੀਂ ਕਹਿੰਦੇ ਹੋ ਸੰਪੂਰਨ ਹੋ ਗਈ, ਤੁਹਾਡੀ ਬਾਣੀ। ਤੇ ਮਹਾਰਾਜ ਜੀ 10ਵੇਂ ਪਾਤਸ਼ਾਹ ਕਹਿੰਦੇ ਭਾਈ ਮਨੀ ਸਿੰਘ ਜੀ ਨੂੰ, ਕਹਿੰਦੇ ਭਾਈ ਇਹ
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਆ ਜਿਹੜੀ ਸੰਪੂਰਨ ਹੋ ਗਈ ਆ। ਇਹਦੇ ਵਿੱਚ ਆਪਣੀ ਬਾਣੀ ਨਹੀਂ ਸਾਧ ਸੰਗਤ ਜੀ ਲਿਖਵਾਉਣੀ। ਕਹਿੰਦੇ ਮਹਾਰਾਜ ਕਿਉਂ? ਕਿਉਂਕਿ ਕਹਿੰਦੇ ਉਸ ਬਾਣੀ ਵਿੱਚ ਮੈਂ ਆਪਣੀ ਆਤਮ ਕਥਾ ਦਾ ਜ਼ਿਕਰ ਕੀਤਾ, ਵਰਣਨ ਕੀਤਾ, ਇਸ ਕਰਕੇ ਉਹਦੇ ਵਿੱਚ ਮੇਰੀ ਆਤਮ ਕਥਾ ਹੈ। ਸਾਧ ਸੰਗਤ ਜੀ ਉਹ ਬਾਣੀ ਇਹਦੇ ਵਿੱਚ ਦਰਜ ਨਹੀਂ ਹੋ ਸਕਦੀ। ਆਖੋ ਸਤਨਾਮ। ਅਬ ਮੈਂ ਆਪਣੀ ਕਥਾ ਬਖਾਨੋ। ਸਾਧ ਸੰਗਤ ਜੀ ਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 1708 ਈਸਵੀ ਸੰਖੇਪ ਵਿੱਚ ਹੀ ਬੇਨਤੀ ਕਰਦੇ ਆ। ਮਹਾਰਾਜ ਜੀ ਸ਼੍ਰੀ ਹਜੂਰ ਸਾਹਿਬ ਦੱਖਣ ਦੇਸ਼ ਮਹਾਰਾਸ਼ਟਰ ਅਬਚਲ ਨਗਰ ਨੰਦੇੜ ਸਾਹਿਬ ਦੀ ਧਰਤੀ ਤੇ ਪਹੁੰਚ ਗਏ। ਉੱਥੇ ਮਹਾਰਾਜ ਜੀ ਨੇ ਭਾਣਾ ਵਰਤਾਇਆ। ਹਿਸਟੋਰੀਕਲ ਸਾਧ ਸੰਗਤ ਜੀ ਤਿੰਨ ਤਰ੍ਹਾਂ ਦੇ ਪੁਆਇੰਟਾਂ ਤੋਂ ਸਤਿਕਾਰਯੋਗ ਪੂਜਣਯੋਗ ਉਹ ਧਰਤੀ ਆ। ਪਹਿਲੀ ਹਜੂਰ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿੱਥੇ ਆਪਾਂ ਦਰਸ਼ਨ ਕਰਦੇ ਆ ਨਾ, ਤਖਤ ਸ਼੍ਰੀ ਹਜੂਰ ਸਾਹਿਬ ਸਾਹਮਣੇ ਜਿੱਥੇ ਸ਼ਾਸਤਰ ਸੁਸ਼ੋਭਿਤ ਨੇ। ਇੰਨਾ ਸਮਾਂ ਨਹੀਂ ਵਿਸਤਾਰ ਵਿੱਚ ਆਇਆ ਜਾ ਸਕਦਾ। ਮਹਾਰਾਜ ਜੀ ਦਾ ਉਹ ਪਿਛਲੇ ਜਨਮ ਦਾ ਤਪ ਸਥਾਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ। ਤੇ ਦੂਜਾ ਹਜੂਰ ਸਾਹਿਬ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਸੱਚਖੰਡ ਜਾਣ ਦਾ ਅਸਥਾਨ, ਜਿੱਥੋਂ ਮਹਾਰਾਜ ਜੀ ਸਰੀਰ ਕਰਕੇ ਸੱਚਖੰਡ ਪਿਆਨਾ ਕੀਤਾ। ਤੇ ਤੀਸਰਾ ਹਿਸਟੋਰੀਕਲ ਪੁਆਇੰਟ ਹਜੂਰ ਸਾਹਿਬ ਦਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਅਸਥਾਨ ਕਤਕਵਦੀ ਦੂਜ 1708 ਈਸਵੀ ਨੂੰ। ਧੰਨ ਸਾਧ ਸੰਗਤ ਜੀ ਉਹ ਸਮਾਂ ਆ ਗਿਆ ਤੇ ਮਹਾਰਾਜ ਜੀ ਨੇ ਹੁਕਮ ਸੁਣਾ ਦਿੱਤਾ ਤੇ ਪੰਜ ਸਿੰਘ ਤਿਆਰ ਬਰ ਤਿਆਰ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਪ੍ਰਕਾਸ਼ ਕਰਦੇ। ਸੁੰਦਰ ਸ਼ਮਿਆਨੇ ਲੱਗੇ ਹੋਏ ਨੇ, 5 ਪੈਸੇ ਨਾਰੀਅਲ ਰੱਖ ਕੇ ਪ੍ਰਕਰਮਾ ਕੀਤੀ। ਉਹ ਜਿਹੜੀ ਜੋਤ ਨਾ ਪਹਿਲੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਦੋਂ ਸਰੀਰ ਕਰਕੇ ਭਾਣਾ ਵਰਤਾਇਆ, ਉਹ ਦੂਜੇ ਬਾਬਾ ਲਹਿਣਾ ਜੀ ਅੰਦਰ ਰੱਖ ਦਿੱਤੀ ਗੁਰੂ ਅੰਗਦ ਸਾਹਿਬ ਮਹਾਰਾਜ। ਦੂਜਿਆਂ ਨੇ ਜਦੋਂ ਸਮਾਂ ਤੀਜੇ ਅੰਦਰ, ਤੀਜਿਆਂ ਨੇ ਚੌਥੇ ਪਾਤਸ਼ਾਹ, ਐਵੇਂ ਚੱਲਦੀ ਉਹ 10ਵੇਂ ਉਹੀ ਜੋਤ, ਇੱਕੋ ਹੀ ਜੋਤ। ਤੇ ਉਹ 1708 ਈਸਵੀ ਨੂੰ ਉਹੀ ਜੋਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪ੍ਰਕਰਮਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਰੱਖ ਦਿੱਤੀ ਸਮੇਤ ਸ਼ਾਸਤਰ ਘੋੜੇ ਦੇ ਸਮੇਤ। ਤੀਜੇ ਦਿਨ ਮਹਾਰਾਜ ਜੀ ਫੇਰ ਸਾਧ ਸੰਗਤ ਜੀ ਉਹ ਸੱਚਖੰਡ ਨੂੰ ਪਿਆਨਾ ਕਰਦੇ ਨੇ। ਮਹਾਰਾਜ ਜੀ ਨੇ ਜਾਣ ਤੋਂ ਪਹਿਲਾਂ ਜੋਤ ਰੱਖ ਕੇ ਬਚਨ ਕੀਤਾ, ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਜਦੋਂ ਮਹਾਰਾਜ ਜੀ ਨੇ ਗੁਰਿਆਈ ਬਖਸ਼ੀ ਨਾ, ਉਹ ਜੋਤ ਰੱਖੀ, ਹੁਕਮਨਾਮਾ ਸਭ ਲਿਆ ਗਿਆ। ਤੇ ਸਾਧ ਸੰਗਤ ਜੀ ਜਦੋਂ ਗੁਰਿਆਈ ਦਾ ਤਿਲਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ, ਹੁਕਮਨਾਮਾ ਆਇਆ। ਸਾਧ ਸੰਗਤ ਜੀ ਖੁੱਲਿਆ ਕਰਮ ਕਿਰਪਾ ਭਈ ਠਾਕੁਰ, ਕੀਰਤਨ ਹਰ ਹਰ ਗਾਈ। ਸ਼ਰਮ ਥਾਕਾ ਪਾਏ ਬਿਸ਼ਰਾਮਾ, ਮਿਟ ਗਈ ਸਗਲੀ ਧਾਈ। ਇਹ ਹੁਕਮਨਾਮਾ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਮਨ ਵਿੱਚ ਸ਼ੰਕਾ ਨਾ ਰਹਿ ਜਵੇ। ਸਾਧ ਸੰਗਤ ਜੀ ਆਗਿਆ ਪਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਅੱਜ ਤੋਂ ਗੁਰੂ ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਤਿਕਾਰ ਸਭ ਦਾ ਕਰਨਾ, ਨਾਮ ਜਪਣ ਵਾਲਿਆਂ ਦਾ ਸਤਿਕਾਰ ਕਰਨਾ, ਸਾਧੂਆਂ ਦੀ ਨਾਮੀਆਂ ਦੀ ਸੰਗਤ ਕਰਨੀ ਆ। ਤੇ ਗੁਰੂ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕੀਤੀ, ਤਰਸ ਕੀਤਾ ਸਾਡੇ ਉੱਤੇ। ਜਦੋਂ ਤੱਕ ਜੁਗੋ ਜੁਗੋ ਟਲ, ਜਦੋਂ ਤੱਕ ਇਹ ਬ੍ਰਹਿਮੰਡ ਰਹੂਗਾ ਸਾਰੀ ਕਾਇਨਾਤ, ਉਦੋਂ ਤੱਕ ਸਾਧ ਸਾਈਂ ਗੁਰਿਆਈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਤੇ ਮਹਾਰਾਜ ਜੀ ਦਾ ਜਿਹੜਾ ਪਹਿਲਾ ਆਪਾਂ ਪ੍ਰਕਾਸ਼ ਪੁਰਬ ਤੇ ਜਿੰਨਾ ਅਸੀਂ ਸਤਿਕਾਰ ਕਰ ਲਾਂਗੇ ਕਰਨਾ ਸਾਧ ਸੰਗਤ ਜੀ, ਓਡੀ ਬਖਸ਼ਿਸ਼, ਓਡਾ ਫਲ, ਓਡੀਆਂ ਦਾਤਾਂ ਇਸ ਦਰ ਤੋਂ। ਇਹ ਨਿਰੰਕਾਰ ਦਾ ਸਰੂਪ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਭਾਵਨਾ ਵਾਲੇ ਬਹੁਤ ਕੁਛ ਖੱਟ ਕੇ ਲੈ ਜਾਂਦੇ ਆ,
ਸ਼ਰਧਾ ਵਾਲੇ ਬਹੁਤ ਕੁਝ ਖੱਟ ਕੇ ਲੈ ਜਾਂਦੇ ਆ। ਸਾਧ ਸੰਗਤ ਜੀ ਸਾਰੀਆਂ ਬਾਤਾਂ ਹੀ ਸ਼ਰਧਾ ਦੀਆਂ ਨੇ, ਭਾਵਨਾ ਦੀਆਂ ਹੀ ਨੇ। ਭਾਵਨਾ ਤੋਂ ਬਿਨਾਂ ਸਾਧ ਸੰਗਤ ਜੀ ਸਖਣਾ ਰਹਿ ਜਾਂਦਾ ਇਨਸਾਨ। ਸਾਡੀ ਸ਼ਰਧਾ ਬਣ ਜਾਵੇ, ਸਾਡੀ ਭਾਵਨਾ ਬਣ ਜਾਵੇ। ਮਹਾਂਪੁਰਖਾਂ ਕੋ ਸੰਗਤ ਸਾਰੀ ਜਾਂਦੀ ਹੈ। ਬਾਬਾ ਜੀ ਸਾਧ ਸੰਗਤ ਜੀ ਰਾਜਗੜ੍ਹ ਵਾਲੇ ਇੱਥੇ ਵੀ ਆਪਣੇ ਮੁਬਾਰਕ ਚਰਨ ਨਗਰ ਵਿੱਚ ਵੀ ਇੱਥੇ ਗੁਰੂ ਘਰ ਵੀ ਨਿਵਾਜ ਕੇ ਗਏ ਨੇ। ਤੇ ਆ ਦਰਬਾਰ ਸਾਹਿਬ ਉਹਨਾਂ ਦੀ ਪ੍ਰੇਰਨਾ ਦਾ ਸਦਕਾ ਵੀ ਆ ਦੇਖੋ ਕਿੱਡਾ, ਜਦੋਂ ਕੋਈ ਆਉਂਦਾ ਨਾ ਐ ਦਰਸ਼ਨ ਕਰਕੇ ਗੁਰੂ ਸਾਹਿਬ ਦੇ ਦਰਬਾਰ ਸਾਹਿਬ ਦੇ ਮਨ ਗਦਗਦ ਕਰ ਉੱਠਦਾ। ਤੇ ਆਪਾਂ ਵੀ ਆਪਣੇ ਘਰ ਸੁੰਦਰ ਤੋਂ ਸੁੰਦਰ ਵਧੀਆ ਤੋਂ ਵਧੀਆ ਚੀਜ਼ ਮਾਰਕੀਟ ਦੇ ਵਿੱਚ ਦੇਖਦੇ ਆ। ਕਹਿੰਦੇ ਆ ਤਾਂ ਘਰ ਕਹਿੰਦਾ ਸਾਡੇ ਸੋਹਣੀ ਲੱਗੂਗੀ ਜਦੋਂ ਪਈ ਹੋਊਗੀ, ਬਾਹਰੋਂ ਕੋਈ ਆਇਆ ਕਹਿੰਦਾ ਦੇਖੂਗਾ ਉਹ ਬੜਾ ਸਲਾਹੂਗਾ। ਮਹਾਰਾਜ ਰਣਜੀਤ ਸਿੰਘ ਸ਼ੇਰੇ ਪੰਜਾਬ ਜਦੋਂ ਕੋਈ ਉਹਨਾਂ ਨੂੰ ਕੋਈ ਵਸਤੂ ਕਹਿੰਦਾ ਕੋਈ ਨਜ਼ਰਾਨਾ ਭੇਟ ਕਰਕੇ ਜਾਂਦਾ, ਦੇ ਕੇ ਜਾਂਦਾ, ਤੇ ਮਹਾਰਾਜ ਰਣਜੀਤ ਸਿੰਘ ਕੀ ਆਂਦੇ ਆਪਣੇ ਆਪ ਨੂੰ, ਰਣਜੀਤ ਸਿਆ ਇਹ ਤੇਰੇ ਸਾਧ ਸੰਗਤ ਜੀ ਤੇਰੇ ਕੋਲ ਨਹੀਂ ਇਹ ਵਸਤੂ ਚੰਗੀ ਲੱਗਣੀ, ਇਹ ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਸ਼ੋਭਦੀ ਹੈ ਇਹ ਵਸਤੂ, ਇਹਦੀ ਥਾਮ ਉੱਥੇ ਆਖੋ ਸਤਨਾਮ। ਸਾਧ ਸੰਗਤ ਸੁੰਦਰ ਤੋਂ ਸੁੰਦਰ ਬਹੁਤ ਤਰੱਕੀਆਂ, ਬਹੁਤ ਬਖਸ਼ਿਸ਼ਾਂ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ। ਤੇ ਭਾਵਨਾ ਵਾਲੇ ਵੀ ਸਾਨੂੰ ਸੇਵਾ ਵਿੱਚ ਤਤਪਰ ਰਹਿੰਦੇ ਨੇ ਵੀ ਆ ਵੀ। ਤੇ ਜੇ ਗੱਲ ਕਰੀਏ ਜਿਹੜੇ ਤਰਕਾਂ ਵਾਲੇ, ਉਹ ਕਹਿੰਦੇ ਗੁਰੂ ਸਾਹਿਬ ਨੂੰ ਕੀ ਲੋੜ ਆ, ਗੁਰੂ ਸਾਹਿਬ ਨੂੰ ਕੀ ਲੋੜ ਆ। ਉਹ ਜਦ ਅਸੀਂ ਕਹਿੰਦੇ ਆ ਸਾਡਾ ਘਰ ਅੱਤ ਦਾ ਸੁੰਦਰ ਤੋਂ ਸੁੰਦਰ, ਸਾਡਾ ਮਕਾਨ ਸੋਹਣਾ ਤੋਂ ਸੋਹਣਾ, ਕੋਈ ਪਿੰਡ ਦੇ ਵਿੱਚ ਦੂਜਾ ਨਹੀਂ ਹੋਣਾ ਚਾਹੀਦਾ। ਤੇ ਗੁਰੂ ਘਰ ਜਿੱਥੇ ਆ ਕੇ ਦੋਏ ਟਾਈਮ ਐ ਝੋੜੀ ਅੱਡ ਕੇ ਖੜਦਾ, ਮਹਾਰਾਜ ਕਿਰਪਾ ਕਰ ਜਿਸ ਦਰ ਤੋਂ ਦਾਤਾਂ ਲੈ ਕੇ ਜਾਣਾ ਸਾਧ ਸੰਗਤ ਜੀ ਉਸ ਦਰ ਦੇ ਪ੍ਰਤੀ ਤਰਕਾ ਕਰਦਾ ਨਹੀਂ। ਭਾਵੇਂ ਕਿ ਗੁਰੂ ਸਾਹਿਬ ਨੂੰ ਉਹ ਤਾਂ ਸ਼ਰਧਾ ਦੇ, ਉਹ ਤਾਂ ਤੇਰਾ ਪ੍ਰੇਮ ਦੇਖਦੇ ਨੇ। ਸਾਧ ਸੰਗਤ ਜੀ ਇਹ ਤਾਂ ਦਰ, ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਹੈ, ਸਮੁੰਦਰ ਚੋਂ ਬਾਲਟੀ ਭਰ ਦਈਏ ਸਮੁੰਦਰ ਨੂੰ ਕੋਈ ਫਰਕ ਨਹੀਂ ਪੈਣਾ, ਪਾ ਦਈਏ ਤਦ ਵੀ ਫਰਕ ਨਹੀਂ ਪੈਣਾ। ਇਹ ਤਾਂ ਦਰ ਸਾਧ ਸੰਗਤ ਜੀ ਜਿੱਠੇ ਸਭੇ ਥਾਮ ਨਹੀਂ ਤੁਧ ਜਿਹਿਆ, ਵੱਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਵੱਡੇ ਭਾਗ ਵੱਡੇ ਕਰਮ ਸਾਡੇ ਮਹਾਰਾਜ ਤੁਸੀਂ ਆਪਣੇ ਚਰਨਾਂ 'ਚ ਰੱਖਿਆ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾ ਨਾਨਕ ਅਸਮਰ ਜਾਹੇ ਨਾਇਆ ਰਾਮਦਾਸ। ਦਰ ਸਾਰੀ ਦੁਨੀਆ ਦੇ ਛੱਡ ਕੇ, ਦਰ ਸਾਰੀ ਦੁਨੀਆ ਦੇ ਛੱਡ ਕੇ, ਸਾਰੀ ਦੁਨੀਆ ਦੇ ਛੱਡ ਕੇ, ਦਰ ਸਾਰੀ ਦੁਨੀਆ ਦੇ ਛੱਡ ਕੇ, तुम्हारी आशा तुम ही सज्जन, राखो राखण हार दयाला नानक घर के गोल। तेरे दर दे कूकर, तेरे दर दे गोले, तेरे
ਬਣਾ ਕੇ ਸਹਿਬ ਰੱਖ ਲੋ। ਚੰਗਿਆਂ ਮਾੜਿਆਂ ਤੇਰਿਆਂ ਮੰਦਿਆਂ ਸਾਧ ਸੰਗਤ ਜੀ ਹਮ ਸਰ ਦੀਨ ਦਇਆਲ ਨਾ ਤੁਮ ਸਾਰ। ਜੇ ਵਡਿਆਈਆਂ ਦਿੱਤੀਆਂ ਸਮਾਜ 'ਚ ਸ਼ੌਹਰਤਾਂ ਦਿੱਤੀਆਂ, ਓਏ ਇਸ ਦਰ ਦੇ ਉੱਤੇ ਆ ਕੇ ਖੜ ਕੇ ਮੂਰਖਾ ਕਿਹਾ ਕਰ ਐਸੀ ਲਾਲ ਤੁਝ ਬਿਨ ਕੌਣ ਕਰੈ। ਕਿਹਨੇ ਤੈਨੂੰ ਪੁੱਛਣਾ ਸੀ ਗਰੀਬ ਨਵਾਜ ਗੁਸਈਆਂ ਮੇਰਾ ਮਾਥੈ ਛਤਰ ਧਰੈ। ਚਾਕੀ ਛੋਤ ਜਗਤ ਕੋ ਲਾਗੇ ਐ ਛੂ ਤੋਂ ਵੀ ਪਰੇ ਕਰਦਾ ਸੀ ਸੰਸਾਰ ਤਾਂ ਪਰ ਤੂੰ ਹੀ ਡਰੈ। ਨੀਚੋਂ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ। ਨਾਮਦੇਵ ਕਬੀਰ ਤਲੋਚਨ ਸਦਨਾ ਸੈਣ ਤਰੈ। ਕਹਿ ਰਵਿਦਾਸ ਸੁਣੋ ਰੇ ਸੰਤੋ ਹਰ ਜੀਓ ਤੇ ਸਭੈ ਸਰੈ। ਆਓ ਸਤਿਕਾਰ ਦੀ ਇੱਕ ਬੇਨਤੀ ਕਰਕੇ ਮੈਂ ਸਮਾਪਤੀ ਕਰਦਿਆਂ। ਸਾਧ ਸੰਗਤ ਜੀ ਮਹਾਰਾਜਾ ਹੀਰਾ ਸਿੰਘ ਨਾਭੇ ਦੇ ਰਾਜੇ, ਉਹਨਾਂ ਦੇ ਭਾਈ ਕਾਨ ਸਿੰਘ ਨਾਭਾ, ਉਹਨਾਂ ਦੇ ਪਿਤਾ ਜੀ ਸੀਗੇ ਭਾਈ ਨਰਾਇਣ ਸਿੰਘ। ਸਾਧ ਸੰਗਤ ਜੀ ਵੱਡੇ ਅਹੁਦੇ ਤੇ ਸੀ। ਮਨ ਦੇ ਵਿੱਚ ਅੱਜ ਆਇਆ ਸੰਗਤ ਉਹ ਬੈਠੇ ਨੇ ਆਪਣੇ ਤਖਤ ਦੇ ਉੱਤੇ। ਕਹਿੰਦੇ ਕੋਈ ਐਸਾ ਹੈ, ਬੜਾ ਸਤਿਕਾਰ ਕਰਦੇ ਹੀ ਬਾਣੀ ਦਾ। ਕਹਿੰਦੇ ਮਹਾਨ ਕੋਸ਼ ਦੇ ਰਚੈਤਾ ਭਾਈ ਕਾਨ ਸਿੰਘ ਨਾਭਾ, ਉਹਨਾਂ ਦੇ ਪਿਤਾ ਭਾਈ ਨਰਾਇਣ ਸਿੰਘ ਬੈਠੇ ਨੇ, ਉਹ ਵੀ ਐ ਦਰਬਾਰ ਦੇ ਵਿੱਚ। ਤੇ ਨਾਭੇ ਵਾਲਾ ਰਾਜਾ ਕਹਿੰਦਾ ਕੋਈ ਇਹੋ ਜਿਹਾ ਹੈ ਜਿਹੜਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਰੀ ਬਾਣੀ ਅਖੰਡ ਪਾਠ ਸਾਹਿਬ ਤਿੰਨੇ ਦਿਨ ਇੱਕ ਚੌਂਕੜੇ ਵਿੱਚ ਬੈਠ ਕੇ ਕਰੇ ਸ਼ਰਧਾ। ਸਾਰੇ ਚੁੱਪ ਸ਼ਨਾਟਾ ਛਾ ਗਿਆ। ਤੇ ਭਾਈ ਨਰਾਇਣ ਸਿੰਘ ਜੀ ਉੱਠੇ, ਗਲ 'ਚ ਪੱਲਾ ਪਾਇਆ। ਕਹਿੰਦੇ ਇਹ ਰਾਜਨ ਤੁਸੀਂ ਆਖਿਆ ਕੋਈ ਹੈ ਐਸਾ। ਕਹਿੰਦੇ ਜੇ ਕੋਈ ਇੱਕ ਚੌਂਕੜੇ ਵਿੱਚ ਸੁਣਨ ਵਾਲਾ ਹੋਵੇ ਤਾਂ ਗੁਰੂ ਨਾਨਕ ਤਰਸ ਕਰਕੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਰਸ ਕਰਕੇ ਇਹ ਮੇਰੇ ਤੋਂ ਸੇਵਾ ਲੈ ਸਕਦੇ ਨੇ। ਆਪੋ ਸਤਨਾਮ। ਬੜਾ ਮਨ ਵਿੱਚ ਹੋਇਆ, ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਿਲਾਂ ਵਿੱਚ ਲਿਆਂਦਾ ਗਿਆ। ਅਖੰਡ ਪਾਠ ਸਾਹਿਬ ਦੀ ਆਰੰਭਤਾ ਦੀ ਅਰਦਾਸ ਕੀਤੀ, ਹੁਕਮਨਾਮਾ ਲਿਆ। ਭਾਈ ਨਰਾਇਣ ਸਿੰਘ ਸਾਧ ਸੰਗਤ ਜੀ ਮਹਾਰਾਜ ਜੀ ਇੱਕ ਓੰਕਾਰ ਬਾਣੀ ਆਰੰਭ ਕਰ ਦਿੱਤੀ ਅਖੰਡ ਪਾਠ ਸਾਹਿਬ। ਮੱਧ ਆ ਗਿਆ, ਇੱਕ ਚੌਂਕੜੇ 'ਚ ਬੈਠੇ। ਉਧਰ ਰਾਜਾ ਮਹਾਰਾਜ ਹੀਰਾ ਸਿੰਘ ਨਾਭੇ ਦੇ, ਉਹ ਵੀ ਬੈਠੇ ਇੱਕ ਚੌਂਕੜੇ ਵਿੱਚ ਸਰਵਣ ਕਰ। ਇਹ ਭਾਵਨਾ ਤੋਂ ਬਿਨਾਂ ਨਹੀਂ ਹੋ ਸਕਦਾ, ਸ਼ਰਧਾ ਤੋਂ ਬਿਨਾਂ ਨਹੀਂ ਹੋ ਸਕਦਾ। ਗੱਲਾਂ ਸਾਧ ਸੰਗਤ ਕਹਿਣ ਨੂੰ ਸੁਣਨ ਨੂੰ ਤਾਂ ਬਹੁਤ ਕੁਛ, ਪਰ ਸ਼ਰਧਾ ਭਾਵਨਾ ਵਾਲੇ ਬਹੁਤ ਕੁਛ ਲੈ ਜਾਂਦੇ ਨੇ। ਕਹਿੰਦੇ ਮੱਧ ਆ ਗਿਆ, ਮੱਧ ਤੋਂ ਸਮਾਪਤੀ ਸ਼ਲੋਕ ਆਰੰਭ ਹੋ ਗਏ। ਮਹਾਰਾਜ ਹੀਰਾ ਸਿੰਘ ਵੀ ਬੈਠੇ ਨੇ ਇੱਕ ਚੌਂਕੜੇ ਦੇ ਵਿੱਚ। ਤਿੰਨੇ ਦਿਨ ਅਖੰਡ ਪਾਠ ਸਾਹਿਬ ਆ ਜਿਹੜਾ ਉਹ ਸੰਪੂਰਨ ਕੀਤਾ। ਸਮਾਪਤੀ ਹੋ ਗਈ, ਅਰਦਾਸ ਕੀਤੀ, ਮਹਾਰਾਜ ਨੂੰ ਵਿਦਾਈ ਦੇ ਦਿੱਤੀ। ਮਹਿਲਾਂ ਵਿੱਚੋਂ ਮਨ ਭਰਿਆ ਆ ਰਾਜੇ ਦਾ। ਮਹਾਰਾਜ ਬੜੀ ਕਿਰਪਾ ਕੀਤੀ। ਆਪਾਂ ਵੀ ਜਦੋਂ ਘਰੇ ਮਹਾਰਾਜ ਨੂੰ ਲੈ ਕੇ ਆਉਂਦੇ ਆ ਨਾ, ਵੀ ਮਹਾਰਾਜ ਬਹੁਤ ਕਿਰਪਾ ਕੀਤੀ, ਤਰਸ ਕੀਤਾ। ਗੁਰੂ ਨਾਨਕ ਤੁਸੀਂ ਚੱਲ ਕੇ ਆਏ ਹੋ, ਸਾਡੇ ਘਰੇ ਸੇਵਾ ਦਾ ਮੌਕਾ ਦਿੱਤੇ ਆ। ਮਹਾਰਾਜ ਜੀ ਸਾਧ ਸੰਗਤ ਭਾਵਨਾ ਵਾਲੇ, ਜਿਨ੍ਹਾਂ ਦੇ ਮਨਾਂ ਵਿੱਚ ਐਸੀ ਭਾਵਨਾ ਬਣਦੀ ਹੈ, ਤੇ ਵਿਦਾਈ ਦੇ ਦਿੱਤੀ। ਹੁਣ ਸਾਧ ਸੰਗਤ ਜੀ ਉਹ ਗੁਰੂ ਕੇ ਵਜ਼ੀਰ ਬਣ ਕੇ ਉਹਨਾਂ ਨੇ ਅਖੰਡ ਪਾਠ ਸਾਹਿਬ ਬਾਣੀ ਸਰਵਣ ਕਰਾਈ ਬੋਲ ਕੇ। ਕਿ ਰਾਜਾ ਹੀਰਾ ਸਿੰਘ ਖੜ ਗਿਆ, ਗਲ 'ਚ ਪੱਲਾ ਕਰਕੇ। ਕਹਿੰਦੇ ਇਹ ਭਾਈ ਸਾਹਿਬ ਹੁਣ ਸਤਿਕਾਰ ਕਿੱਡਾ ਕਰ ਰਿਹਾ। ਕਹਿੰਦੇ ਮੈਂ ਅੱਜ ਤੁਹਾਡੇ ਸਾਹਮਣੇ ਸਭ ਤੋਂ ਗਰੀਬ ਖੜਾ। ਨਾਭੇ ਦਾ ਰਾਜਾ ਕਹਿੰਦੇ ਮੇਰੇ ਕੋਲ ਕੋਈ ਐਸੀ ਵਸਤੂ ਨਹੀਂ ਜਿਹੜੀ ਮੈਂ ਤੁਹਾਨੂੰ ਦੇ ਸਕਾਂ। ਜੋ ਤੁਸੀਂ ਅੰਮ੍ਰਿਤ ਗੁਰਬਾਣੀ ਸਰਵਣ ਕਰਾਈ ਆ ਤਿੰਨੇ ਦਿਨ, ਮੈਂ ਅੱਜ ਤੁਹਾਡੇ ਸਾਹਮਣੇ ਕੰਗਾਲ ਆ, ਮੈਂ ਕੁਝ ਦੇ ਨਹੀਂ ਸਕਦਾ, ਪਰ ਮੇਰੀ ਇੱਕ ਬੇਨਤੀ ਹੈ। ਕਹਿੰਦੇ ਦੱਸੋ ਰਾਜਨ। ਇਹ ਤਾਂ ਗੁਰੂ ਸਾਹਿਬ ਨੇ ਕਿਰਪਾ ਕੀਤੀ, ਤਰਸ ਕੀਤਾ, ਸੇਵਾ ਲੈ ਲਈ। ਕਹਿੰਦੇ ਇੱਕ ਬੇਨਤੀ ਆ। ਕਹਿੰਦੇ ਦੱਸੋ। ਮੇਰਾ ਮਨ ਕਹਿੰਦਾ ਜਿਹੜੀ ਸੋਨੇ ਦੀ ਪਾਲਕੀ ਵਿੱਚ ਜਦੋਂ ਮੈਂ ਜਾਣਾ ਨਾ ਆਪਣੇ ਬਾਜ਼ਾਰ ਨੂੰ, ਪਾਲਕੀ ਦੇ ਵਿੱਚ ਮੈਨੂੰ ਬਿਠਾ ਕੇ ਸੋਨੇ ਦੀ ਦੇ ਵਿੱਚ ਲੈ ਕੇ ਜਾਂਦੇ ਨੇ ਚਾਰ ਜਿਹੜੇ ਕਹਾਰ ਚੁੱਕ ਕੇ। ਮੈਂ ਸਤਿਕਾਰ ਵਜੋਂ ਅੱਜ ਦੁਨੀਆ ਵੀ ਦੇਖੇ, ਮੈਂ ਤੁਹਾਨੂੰ ਇਸ ਮਹਿਲਾਂ ਤੋਂ ਉਹ ਆਪਣੀ ਪਾਲਕੀ ਵਿੱਚ ਸੋਨੇ ਦੀ 'ਚ ਬਿਠਾ ਕੇ ਘਰ ਛਡਾਵਾਂ। ਹੱਥ ਜੋੜ ਲਏ। ਕਹਿੰਦੇ ਤੁਹਾਡੀ ਭਾਵਨਾ ਕਿੱਡਾ ਸਤਿਕਾਰ, ਕਿੱਡਾ। ਸਾਧ ਸੰਗਤ ਜੀ ਉਹ ਮੰਗਾਈ ਪਾਲਕੀ, ਉਹਦੇ ਵਿੱਚ ਬੈਠ ਕੇ ਭਾਈ ਨਰਾਇਣ ਸਿੰਘ ਚੁੱਕੀ ਜਾਂਦੇ ਨੇ ਚਾਰ ਜਾਣੇ। ਜਦੋਂ ਜਾਂਦੇ ਆ ਨਾ
ਬਾਜ਼ਾਰ ਦੇ ਵਿੱਚ ਦੀ ਜਿੰਨੇ ਵੀ ਰਾਸਤੇ ਦੇ ਵਿੱਚ ਮਿਲਦੇ ਆ ਸਾਧ ਸੰਗਤ ਜੀ, ਸਾਰੇ ਐ ਝੁਕ ਝੁਕ ਕੇ ਮੱਥਾ ਟੇਕਦੇ, ਸਤਿਕਾਰ ਕਰਦੇ। ਉਹ ਹੈਰਾਨ ਹੋਈ ਜਾਂਦੇ ਅੰਦਰ ਬੈਠੇ ਭਾਈ ਨਰਾਇਣ ਸਿੰਘ ਵੀ ਇਹਨਾਂ ਨੂੰ ਪਤਾ ਹੀ ਨਹੀਂ ਵੀ ਇਹਦੇ ਵਿੱਚ ਰਾਜਾ ਥੋੜੋ ਬੈਠਾ। ਉਹਨਾਂ ਨੇ ਪਰੇ ਕਰ ਲਿਆ, ਜਿਹੜਾ ਅੱਗੇ ਪਰਦਾ ਲੱਗਿਆ ਹੋਇਆ ਸੀਗਾ ਪਰੇ ਨੂੰ ਕਰ ਲਿਆ ਵੀ ਪਤਾ ਲੱਗ ਜਾਵੇ ਵੀ ਇਹ 'ਚ ਤਾਂ ਮੈਂ ਬੈਠਾ ਵਾਂ, ਵੀ ਰਾਜਾ ਨਹੀਂ ਬੈਠਾ। ਜੇ ਸਲਾਮਾਂ ਕਿਹਨੂੰ ਕਰੀ ਜਾਂਦੇ ਆ। ਤੇ ਜਦੋਂ ਗਏ ਨਾ ਘਰ ਦੇ ਮੂਹਰੇ ਪਾਲਕੀ ਲਾ ਦਿੱਤੀ, ਉਹ ਕੀ ਤੱਕਦੇ ਨੇ ਭਾਈ ਨਰਾਇਣ ਸਿੰਘ, ਅਗਲੇ ਪਾਵੇ ਤੇ ਮਹਾਰਾਜਾ ਹੀਰਾ ਸਿੰਘ ਆਪ ਲੱਗਿਆ ਹੋਇਆ ਸੀ, ਮੋਢਿਆਂ ਦੇ ਉੱਤੇ ਉਹ ਪਾਲਕੀ ਰੱਖੀ ਹੋਈ ਸੀ। ਅਗਲੇ ਉਹ ਬੜਾ ਮਨ ਦੇ ਵਿੱਚ ਕਹਿੰਦੇ, ਮਹਾਰਾਜ ਤੁਸੀਂ ਮੈਨੂੰ ਮੋਢਿਆਂ ਤੇ ਚੁੱਕ ਕੇ, ਜਿਹੜੀ ਸਾਰੀ ਪ੍ਰਜਾ ਸਤਿਕਾਰ ਕਰਦੀ ਸੀ ਰਾਜੇ ਦਾ, ਤੁਸੀਂ ਕਹਿੰਦੇ ਇਹ ਨਰਾਇਣ ਸਿਆ ਮੈਂ ਕੁਛ ਦੇ ਨਹੀਂ ਸਕਦਾ, ਕਰ ਨਹੀਂ ਸਕਦਾ। ਤੁਸੀਂ ਬਾਣੀ, ਤੁਸੀਂ ਗੁਰੂ ਕੇ ਵਜ਼ੀਰ, ਤੁਸੀਂ ਬਾਣੀ ਸਰਵਣ ਕਰਾਈ, ਮੇਰੇ ਕੋਲ ਕੁਛ ਹੈ ਨਹੀਂ। ਇਹ ਕੇਵਲ ਤੇ ਕੇਵਲ ਇੱਕ ਸਤਿਕਾਰ ਵਜੋਂ ਹੀ ਸਾਧ ਸੰਗਤ ਜੀ। ਤੇ ਬਾਬਾ ਜੀ, ਬਾਬਾ ਆਨੰਦ ਸਿੰਘ ਵੀ, ਮਹਾਂਪੁਰਖ ਸਾਰੇ ਭਾਈ ਗ੍ਰੰਥੀ ਸਿੰਘਾਂ ਦਾ, ਗੁਰੂ ਕੇ ਵਜ਼ੀਰਾਂ ਦਾ, ਕਿਉਂਕਿ ਉਹ ਗੁਰੂ ਕੇ ਵਜ਼ੀਰ ਨੇ, ਕੋਈ ਮਾੜੀ ਮੋਟੀ ਗੱਲ ਨਹੀਂ। ਉਹਨਾਂ ਦਾ ਅਦਬ ਸਤਿਕਾਰ ਬਾਣੀ ਪੜ੍ਹਨ ਵਾਲਿਆਂ ਦਾ। ਸਾਧ ਸੰਗਤ ਜੀ, ਗੁਰੂ ਦਾ ਸਤਿਕਾਰ ਗੁਰੂ ਕੇ ਵਜ਼ੀਰਾਂ ਦਾ। ਤੇ ਮਹਾਰਾਜ ਜੀ ਕਿਰਪਾ ਕਰਨ, ਬੜਾ ਇਹ ਸਾਰਾ ਹੀ ਨਗਰ ਭਾਗਾਂ ਵਾਲਾ, ਸਾਰੀ ਭਾਵਨਾ ਵਾਲੀ ਸੰਗਤ ਆ, ਪ੍ਰੇਮ ਵਾਲੀ। ਜੋ ਵੀ ਪੁਰਬ ਸਤਿਗੁਰ ਜੀ ਪ੍ਰੇਰਦੇ ਨੇ ਸਾਧ ਸੰਗਤ ਜੀ, ਜਦ ਹੀ ਪ੍ਰੋਗਰਾਮ ਬਣਾ ਲਿਆ ਜਾਂਦਾ ਵੀ ਇਉਂ ਕਰੀਏ, ਮਹਾਰਾਜ ਚਰਨਾਂ ਵਿੱਚ ਜੁੜ ਕੇ ਬੈਠੀਏ, ਸੰਗਤ ਜੁੜਦੀ ਹੈ। ਇਹ ਸੰਗਤ ਦੇ ਨਾਲ ਹੀ ਪਾਰ ਤਾਰਾ ਹੁੰਦਾ, ਗੁਰੂ ਕੀ ਗੋਦ ਵਿੱਚ ਬੈਠਦੇ ਆ। ਤੇ ਕਿੰਨਿਆਂ ਦੀ ਤਨ ਮਨ ਧਨ ਕਰਕੇ ਉਹ ਜਿਹੜੀ ਸੇਵਾ ਹੁੰਦੀ ਹੈ ਸਾਧ ਸੰਗਤ ਜੀ, ਤੇ ਕਿੰਨਿਆਂ ਦਾ ਤਿਲ ਫੁੱਲ ਲੇਖੇ ਵਿੱਚ ਲੱਗਦਾ, ਕਿੰਨੇ ਹੱਥੀਂ ਕਰਕੇ ਉਹ ਜਿਹੜੇ ਸੇਵਾ ਕਰਦੇ ਨੇ ਸਮੇਂ ਤੇ ਸਵਾਸਾਂ ਨੂੰ। ਇਹ ਸਾਰਾ ਜਿਹੜਾ ਉਪਰਾਲਾ ਰਲ ਮਿਲ ਕਰਕੇ ਗੁਰੂ ਸਾਹਿਬ ਕਰਾਉਂਦੇ ਆਪੇ ਹੀ। ਅੱਜ ਜਿਹੜਾ ਮਨਾ ਰਹੇ ਆ ਆਪਾਂ, ਉਸ ਸੰਬੰਧ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਪ੍ਰਕਾਸ਼ ਪੁਰਬ ਤੇ ਆ ਸਮਾਗਮ ਰੱਖਿਆ ਗਿਆ। ਸਮੇਂ ਦੀ ਸਮਾਪਤੀ ਹੈ। ਦਾਸ ਬੋਲਦਿਆਂ ਕੋਲੋਂ ਬੇਅੰਤ ਹੋ ਗਈਆਂ ਨੇ ਭੁੱਲਾਂ ਤਰੁੱਟੀਆਂ, ਊਣ ਤਾਈਆਂ, ਇਤਿਹਾਸ ਤੋਂ ਅਧੂਰਾ ਲਫ਼ਜ਼ ਆ ਗਿਆ ਹੋਵਾਂ, ਸਾਰੀ ਜੰਗਤ ਸੰਗਤ ਨੇ ਖਿਮਾ ਕਰ ਦੇਣਾ। ਇਹ ਕਿਰਪਾ ਮੇਰੇ ਗੁਰੂ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਤੇ ਜਿਨ੍ਹਾਂ ਰੱਬ ਵਰਗੇ ਸਤਿਪੁਰਖਾਂ ਦੀ ਸੰਗਤ ਬਖਸ਼ੀ, ਧੰਨ ਸ਼੍ਰੀ ਹਜ਼ੂਰ ਬਾਬਾ ਜੀ ਸਿਆੜ ਸਾਹਿਬ ਵਾਲੇ, ਅਤੇ ਉਹਨਾਂ ਦਾ ਹੀ ਮੌਜੂਦਾ ਨਿਜ ਸਰੂਪ ਧੰਨ ਸ਼੍ਰੀ ਹਜ਼ੂਰ ਬਾਬਾ ਹਰਨੇਕ ਸਿੰਘ ਮਹਾਰਾਜ। ਉਹਨਾਂ ਦੀ ਸੰਗਤ ਦੀ ਬਦੌਲਤ, ਉਹਨਾਂ ਦੀ ਕਿਰਪਾ ਸਦਕਾ ਸੰਗਤਾਂ ਦੇ ਚਰਨਾਂ ਵਿੱਚ ਬਿਠਾ ਲੈਂਦੇ ਨੇ। ਭਾਵੇਂ ਮੈਂ ਕਈ ਵਾਰੀ ਪ੍ਰਬੰਧਕਾਂ ਨੂੰ ਬੇਨਤੀ ਕੀਤੀ, ਅੱਜ ਦਿਨ ਦਾ ਪ੍ਰੋਗਰਾਮ ਰੱਖਿਆ ਗਿਆ ਸੀ, ਕੋਈ ਰੁਝੇਵਾਂ ਸੀ ਵੀ ਕੋਈ ਗੱਲ ਨਹੀਂ ਦਿਨ ਦੇ ਵਿੱਚ ਸਮਾਪਤੀ ਕਰ ਲਿਓ। ਕਹਿੰਦੇ ਨਹੀਂ ਜੀ, ਆਪਾਂ ਰਲ ਕੇ ਸ਼ਾਮ ਨੂੰ ਬੈਠਾਂਗੇ, ਸ਼ਾਮ ਨੂੰ ਮਹਾਰਾਜ ਦੇ। ਤੇ ਆ ਹਾਜ਼ਰੀ ਭਰਾਈ ਹੈ, ਇੰਨੀ ਹਾਜ਼ਰੀ ਪ੍ਰਵਾਨ ਕਰਨੀ। ਆਨੰਦ ਸਾਹਿਬ ਅਰਦਾਸ ਬੇਨਤੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਪਰਮੇਸ਼ਰ ਦਿੱਤਾ ਪੰਨਾ, ਦੁਖ ਰੋਗ ਕਾ ਡੇਰਾ ਪੰਨਾ, ਦੁਖ ਰੋਗ ਕਾ ਡੇਰਾ ਪੰਨਾ। ਆਨੰਦ ਕਰੈ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਸੰਤੋ ਸੁਖ ਹੁਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਿਹਾ ਸਭਨੀ ਜਾਈ। ਤੁਰ ਕੀ ਬਾਣੀ ਆਈ, ਦਿਨ ਸਗਲੀ ਚਿੰਤ ਮਿਟਾਈ। ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਬਖਾਨਾ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣਿਆ। ਕਹਿ ਨਾ
ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਚਾਰੋ ਕਰੇ ਆਜ ਸਭ ਪ੍ਰਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਹੈ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਮ ਸਾਚੇ ਸਾਹਿਬ ਕਿਆ ਨਹੀਂ ਕਰ ਤੇਰਾ ਕਰਨਾ ਤੇਰਾ ਸਭ ਕਿਛ ਹੈ ਜਿਸ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਬਸਾਵੇ ਜਿਨ ਕੈ ਮਨ ਸਾਚੇ ਸਤਿ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਨ ਸੁਖਾ ਸਭ ਗਵਾਈਆ ਹਰ ਨਾਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨੀ ਕੀਤਾ ਗੁਰ ਮਿਟੋ ਜਿਸ ਦੀਆਂ ਬਣਾਈਆਂ ਤਾ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਧਰਮ ਸਭ ਗਵਾਨੇ ਕਲਾ ਸੰਸਾਰੀਆ ਪੰਜ ਦੂਤ ਤੋਂ ਦਵਸ ਕੀਤੇ ਕਾਲ ਕੰਟਕ ਮਾਰਿਆ ਕਾਰਮ ਪਾਇਆ ਜਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤ ਸੁਖ ਹੋਆ ਤਿਤ ਘਰ ਅਨਹਦ ਬਾਜੇ ਸੁਨੋ ਬੜ ਸਾਖਿਓ ਸਗਲ ਮਨੋਰਥ ਪੂਰੇ ਔਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ ਰੋਗ ਸੰਸਾਰ ਕਰੇ ਸੱਚੀ ਬਾਣੀ ਸੰਤ ਸਾਜਨ ਪਏ ਸਰ ਸੇ ਪੂਰੇ ਗੁਰ ਤੇ ਜਾਣੀ ਮੇਰੇ ਪ੍ਰੀਤ ਕਹਤੇ ਭਗਤ ਹੋਰਾਇਆ ਨਿਰਵਤ ਨਾਨਕ ਗੁਰ ਚਰਨ ਲਗੇ ਵਾਜੇ ਅਨਹਦ ਤੂਰੇ ਸਲੋਕ ਪਾਣੀ ਪਿਤਾ ਕਰਤ ਮਾਤੋ ਸਿਫਤ ਰਾਤ ਦੋ ਦਾਈ ਦਇਆ ਖੇਲਾ ਸਗਲ ਜਗਤ ਸੰਗਿਆਈਆਂ ਮੁਰਿਆਈਆਂ ਵਾਜੇ ਧਰਮ ਪੂਰਾ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜੀ ਨਾਮ ਤੇ ਸਤਿ ਕਾਲਾ ਨਾਨਕ ਤੇ ਮੁਖ ਉਜਲੇ ਤੇਤੀ ਜੁਟੀ ਨਾਲ ਜਿਨੀ ਨਾਮ ਤੇ ਆਇਆ ਸਤਿ ਕਾਲਾ ਤੇ ਮੁਖ ਉਜਲੇ ਤੇਤੀ ਜੁਟੀ ਨਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ